ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ ਅਪ੍ਰੈਲ ਮਹੀਨਾ ਚੜ੍ਹ ਗਿਆ ਹੈ ਤੇ ਦਿਨ ਵੀਰਵਾਰ ਹੈ, 1 ਅਪ੍ਰੈਲ ਹੈ। ਅੱਜ ਦੇ ਦਿਨ ਦੀ ਵੱਡੀ ਖਬਰ ਪੰਜਾਬੀ ਔਰਤਾਂ ਦੇ ਲਈ ਹੈ, ਬੀਬੀਆਂ ਦੇ ਲਈ ਹੈ ਕਿ ਅੱਜ ਪੰਜਾਬ ਦੀਆਂ ਬੱਸਾਂ ਦੇ ਵਿੱਚ ਬੀਬੀਆਂ ਮੁਫਤ ਸਫ਼ਰ ਕਰ ਸਕਣਗੀਆਂ। ਕੋਈ ਉਮਰ ਵਰਗ ਨਹੀਂ ਹੈ, ਸਾਰੀਆਂ ਬੀਬੀਆਂ ਦੇ ਲਈ ਹੈ, ਚਾਹੇ ਉਹ ਨੌਜਵਾਨ ਕੁੜੀਆਂ ਹੋਣ, ਅੱਧਖੜ ਔਰਤਾਂ ਹੋਣ, ਬਜ਼ੁਰਗ ਬੀਬੀਆਂ ਹੋਣ, ਪਰ ਪੰਜਾਬ ਦੀਆਂ ਰਹਿਣ ਵਾਲੀਆਂ ਹੋਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਿਆਸੀ ਲਾਹਾ ਲੈਣ ਲਈ 1000 ਥਾਵਾਂ ਤੇ ਉਦਘਾਟਨੀ ਸਮਾਰੋਹ ਕਰੇਗੀ। ਧੂਮ-ਧਾਮ ਦੇ ਨਾਲ ਇਹ ਉਦਘਾਟਨੀ ਸਮਾਰੋਹ ਕੀਤੇ ਜਾਣਗੇ ਤੇ ਪੀਆਰਟੀਸੀ ਬੱਸਾਂ, ਪਨ ਬੱਸਾਂ ਤੇ ਸਥਾਨਕ ਸਰਕਾਰਾਂ ਵੱਲੋਂ ਚਲਾਈ ਜਾਂਦੀਆਂ ਸਿਟੀ ਬੱਸਾਂ ਦੇ ਵਿੱਚ ਇਹ ਸਹੂਲਤ ਮੁਫਤ ਮਿਲੇਗੀ। ਪਰ ਯਾਦ ਰੱਖਿਓ ਕਿ ਏਸੀ ਬੱਸਾਂ, ਵੋਲਵੋ ਬੱਸਾਂ ਤੇ HVAC ਬੱਸਾਂ ਦੇ ਵਿੱਚ ਤੁਹਾਡਾ ਕਿਰਾਇਆ ਲੱਗੇਗਾ। ਕੱਲ੍ਹ ਹੋਈ ਪੰਜਾਬ ਕੈਬਨਿਟ ਦੀ ਬੈਠਕ ਵਿੱਚ ਇਸ ਫੈਸਲੇ ਤੇ ਮੁਹਰ ਲਾਉਣ ਤੋਂ ਇਲਾਵਾ ਹੋਰ ਵੀ ਕਈ ਫੈਸਲੇ ਲਏ ਗਏ ਨੇ। ਸਰਕਾਰੀ ਗਊਸ਼ਾਲਾਵਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ, ਉਹਨਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਮਨਜ਼ੂਰੀ ਵੀ ਕੈਬਨਿਟ ਨੇ ਦੇ ਦਿੱਤੀ ਹੈ। ਡਿਫਾਲਟਰਾਂ ਦੇ ਲਈ ਐਮਨੈਸਟੀ ਸਕੀਮ ਦਾ ਐਲਾਨ ਕਰ ਦਿੱਤਾ ਹੈ। ਮੰਤਰੀ ਮੰਡਲ ਨੇ ਬਕਾਇਆ ਕਿਸ਼ਤਾਂ ਦੀ ਵਸੂਲੀ ਲਈ ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀਜ਼ ਐਮਨੈਸਟੀ ਸਕੀਮ 2021 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹਦੇ ਨਾਲ ਸਾਰੀਆਂ ਸ਼ਹਿਰੀ ਵਿਕਾਸ ਅਥਾਰਟੀਆਂ ਦੇ ਡਿਫਾਲਟਰ ਅਲਾਟੀਆਂ ਨੂੰ ਰਾਹਤ ਮਿਲੇਗੀ। ਜਿਨ੍ਹਾਂ ਅਲਾਟੀਆਂ ਨੂੰ ਡਰਾਅ ਆਫ ਲਾਟਸ ਜਾਂ ਨਿਲਾਮੀ ਜਾਂ ਕਿਸੇ ਹੋਰ ਪ੍ਰਕਿਰਿਆ ਦੇ ਆਧਾਰ ਤੇ ਅਲਾਟਮੈਂਟ ਪੱਤਰ ਜਾਰੀ ਕੀਤੇ ਗਏ ਸੀ, ਪਰ ਜਿਨ੍ਹਾਂ ਨੇ 31 ਦਸੰਬਰ 2013 ਤੋਂ ਬਾਅਦ ਇੱਕ ਜਾਂ ਇਸ ਤੋਂ ਵੱਧ ਕਿਸ਼ਤਾਂ ਦੀ ਅਦਾਇਗੀ ਨਹੀਂ ਕੀਤੀ, ਹੁਣ ਐਮਨੈਸਟੀ ਸਕੀਮ ਅਧੀਨ ਨੋਟੀਫਿਕੇਸ਼ਨ ਦੀ ਮਿਤੀ ਤੋਂ 3 ਮਹੀਨਿਆਂ ਦੇ ਅੰਦਰ ਵਿਆਜ ਦੇ ਨਾਲ ਮੂਲ ਰਕਮ ਉਹ ਜਮ੍ਹਾਂ ਕਰਵਾ ਸਕਦੇ ਨੇ ਤੇ ਆਪਣੇ ਤੋਂ ਡਿਫਾਲਟਰ ਦਾ ਟੈਗ ਉਤਰਵਾ ਸਕਦੇ ਨੇ। ਕਿਸ਼ਤਾਂ ਨਾ ਦੇਣ ਕਾਰਨ ਅਲਾਟਮੈਂਟ ਰੱਦ ਹੋਣ ਸੰਬੰਧੀ ਜਾਂ ਫਿਰ 31 ਦਸੰਬਰ 2013 ਤੋਂ ਬਾਅਦ ਕਿਸ਼ਤਾਂ ਨਾ ਦੇਣ ਸੰਬੰਧੀ ਮੁਕੱਦਮਾ ਚੱਲਣ ਦੇ ਮਾਮਲੇ ਵਿੱਚ ਵੀ ਇਸ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ। ਅੱਜ ਦੀ ਇੱਕ ਹੋਰ ਅਹਿਮ ਖਬਰ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਖਿਲਾਫ ਸਿੱਧੀ ਅਦਾਇਗੀ ਦੇ ਮਸਲੇ ਤੇ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ। ਸੂਬਾ ਸਰਕਾਰ ਦੀ ਅੱਜ ਹੰਗਾਮੀ ਬੈਠਕ ਹੋਏਗੀ। ਕੈਪਟਨ ਅਮਰਿੰਦਰ ਸਿੰਘ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ। ਕੈਪਟਨ ਨੇ ਫਿਰ ਮੰਗਿਆ ਪ੍ਰਧਾਨ ਮੰਤਰੀ ਤੋਂ ਮਿਲਣ ਦਾ ਸਮਾਂ, ਪਰ ਹਾਲੇ ਤੱਕ ਕੋਈ ਜਵਾਬ ਨਹੀਂ ਆਇਆ। ਆੜ੍ਹਤੀਆਂ ਨੇ ਸੂਬਾ ਪੱਧਰੀ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਧੌਣ ਤੇ ਗੋਡਾ ਰੱਖ ਦਿੱਤਾ ਹੈ। ਕਹਿ ਦਿੱਤਾ ਹੈ ਕਿ ਜਲਦੀ ਪੰਜਾਬ ਕਣਕ ਦੀ ਖਰੀਦ, ਕਿਉਂਕਿ ਹੁਣ 10 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ, ਉਸ ਦੀ ਸਿੱਧੀ ਅਦਾਇਗੀ ਦਾ ਪ੍ਰਬੰਧ ਕਰੇ। ਨਾਲ ਇਹ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਜੇ ਸਿੱਧੀ ਅਦਾਇਗੀ ਦਾ ਛੇਤੀ ਪ੍ਰਬੰਧ ਨਾ ਕੀਤਾ ਤਾਂ ਪੰਜਾਬ ਨੂੰ ਕੋਈ ਛੋਟ ਨਹੀਂ ਮਿਲੇਗੀ। ਸੋ ਅੱਜ ਪੰਜਾਬ ਕੈਬਨਿਟ ਦੀ ਇਸ ਤੇ ਬੈਠਕ ਹੋਣ ਜਾ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਕੱਲ੍ਹ ਤੜਕੇ ਕਮਿਸ਼ਨ ਨੇ ਅਕਾਲੀ ਦਲ ਨੂੰ ਝਟਕਾ ਦੇ ਦਿੱਤਾ, ਪਰ ਦਿੱਲੀ ਹਾਈ ਕੋਰਟ ਨੇ ਅਕਾਲੀ ਦਲ ਨੂੰ ਰਾਹਤ ਦੇ ਦਿੱਤੀ। ਪਹਿਲਾਂ ਇਹ ਸੀ ਕਿ ਅਕਾਲੀ ਦਲ ਚੋਣਾਂ ਹੀ ਨਹੀਂ ਲੜ ਸਕਦਾ ਕਿਉਂਕਿ ਸਿਆਸੀ ਪਾਰਟੀ ਚੋਣਾਂ ਲੜ ਨਹੀਂ ਸਕਦੀ। ਉਸ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਕਿ ਅਕਾਲੀ ਦਲ ਚੋਣਾਂ ਲੜ ਸਕਦਾ ਹੈ ਤੇ ਚੋਣ ਨਿਸ਼ਾਨ ਬਾਲਟੀ ਵੀ ਅਕਾਲੀ ਦਲ ਨੂੰ ਅਲਾਟ ਕਰ ਦਿੱਤਾ ਗਿਆ। ਸੁਖਬੀਰ ਬਾਦਲ ਕਹਿ ਰਹੇ ਨੇ ਕਿ ਕੇਂਦਰ ਤੇ ਆਮ ਆਦਮੀ ਪਾਰਟੀ ਦੀਆਂ ਕੁਝੀਆਂ ਚਾਲਾਂ ਨਾਕਾਮ ਹੋ ਗਈਆਂ ਨੇ। ਕਿਸਾਨੀ ਮਸਲੇ ਦੀ ਗੱਲ ਕਰ ਲਈਏ ਤਾਂ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਦੇ ਉੱਤੇ ਕੱਲ੍ਹ ਸੁਣਵਾਈ ਹੋ ਨਹੀਂ ਸਕੀ। ਅੱਜ ਸੁਣਵਾਈ ਹੋਵੇਗੀ 30 ਹਜ਼ਾਰੀ ਅਦਾਲਤ ਦੇ ਵਿੱਚ। ਅੱਜ ਇਸ ਸੁਣਵਾਈ ਦੇ ਵਿੱਚ ਕੀ ਸਾਹਮਣੇ ਆਉਂਦਾ, ਕਿ 50 ਸਾਲ ਤੋਂ ਜੇਲ੍ਹ 'ਚ ਬੰਦ ਦੀਪ ਸਿੱਧੂ ਨੂੰ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ, ਇਸ ਤੇ ਹੋ ਸਕਦਾ ਅੱਜ ਫੈਸਲਾ ਹੋ ਜਾਵੇ। ਕਿਸਾਨਾਂ ਨੇ ਵੀ ਕੱਲ੍ਹ ਸਿੰਘੂ ਬਾਰਡਰ ਤੇ ਬੈਠਕ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ, ਵੱਡੇ ਐਲਾਨ ਕੀਤੇ। ਗੁਰਨਾਮ ਸਿੰਘ ਚੜੂੰਨੀ ਸਮੇਤ ਹੋਰ ਲੀਡਰਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਮਈ ਦੇ ਵਿੱਚ ਕਿਸਾਨਾਂ ਨੇ ਸੰਸਦ ਘੇਰਨ ਦਾ ਐਲਾਨ ਕਰ ਦਿੱਤਾ। ਪੈਦਲ ਮਾਰਚ ਕੀਤਾ ਜਾਏਗਾ। 10 ਅਪ੍ਰੈਲ ਨੂੰ ਦਿੱਲੀ ਦੁਆਲੇ 2 ਮੁੱਖ ਮਾਰਗ ਬੰਦ ਕਰਨ ਦਾ ਐਲਾਨ ਕੀਤਾ ਪੂਰੇ 24 ਘੰਟਿਆਂ ਦੇ ਲਈ। 5 ਅਪ੍ਰੈਲ ਨੂੰ FCI ਦਫ਼ਤਰਾਂ ਦਾ ਘਿਰਾਓ ਵੀ ਕੀਤਾ ਜਾਵੇਗਾ। ਤਾਮਿਲਨਾਡੂ ਵਿੱਚ ਕਿਸਾਨਾਂ ਤੇ ਮਛੇਰਿਆਂ ਦੀ ਮਹਾ ਪੰਚਾਇਤ ਹੋਈ ਹੈ ਕੰਨਿਆ ਕੁਮਾਰੀ ਦੇ ਨੇੜੇ। ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ ਯੂਪੀ ਭੇਜਣ ਦੀਆਂ ਤਿਆਰੀਆਂ ਹੋ ਰਹੀਆਂ ਨੇ। ਕੱਲ੍ਹ ਮੁਖਤਾਰ ਅੰਸਾਰੀ ਨੂੰ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਉੱਥੇ ਅੰਸਾਰੀ ਦੀ ਪਤਨੀ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ ਕਿ ਮੇਰੇ ਪਤੀ ਦਾ ਐਨਕਾਊਂਟਰ ਹੋ ਸਕਦਾ ਹੈ। ਪੰਜਾਬ ਤੋਂ ਯੂਪੀ ਲਿਆਉਂਦੇ ਵਕਤ ਸੁਰੱਖਿਆ ਮੰਗੀ ਹੈ। ਪੰਜਾਬ 'ਚ ਕਣਕਾਂ ਦੀ ਵਾਢੀ ਸ਼ੁਰੂ ਵੀ ਹੋ ਚੁੱਕੀ ਹੈ, ਪਰ ਖਰੀਦ ਹੈ ਜਿਹੜੀ ਸਰਕਾਰੀ, ਉਹ 10 ਅਪ੍ਰੈਲ ਤੋਂ ਹੀ ਸ਼ੁਰੂ ਹੋਵੇਗੀ। ਸੋ 10 ਦਿਨ ਪੰਜਾਬੀਆਂ ਨੂੰ, ਕਿਸਾਨਾਂ ਨੂੰ ਆਪਣੇ ਘਰਾਂ ਦੇ ਵਿੱਚ ਹੀ ਫਸਲ ਸਾਂਭਣੀ ਪੈ ਸਕਦੀ ਹੈ। ਮੰਗ ਕੀਤੀ ਹੈ ਕਿਸਾਨਾਂ ਨੇ ਕਿ ਕਣਕ ਦੀ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ। ਕਿਸਾਨ ਲੀਡਰ ਕਹਿ ਰਹੇ ਨੇ ਕਿ ਖਰੀਦ ਦੇ ਵਿੱਚ ਕੇਂਦਰ ਸਰਕਾਰ ਅੜਿੱਕੇ ਪਾ ਰਹੀ ਹੈ।
ਉਧਰ ਪੰਜਾਬ ਦੇ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੇ 6 ਮਹੀਨੇ ਪੂਰੇ ਹੋ ਗਏ ਨੇ, ਯਾਨੀ ਕਿ ਅੱਧਾ ਸਾਲ ਹੋ ਗਿਆ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਬੈਠੇ ਹੋਏ। ਪਤਾ ਨਹੀਂ ਹੁਣ ਕਿੰਨੇ ਸਾਲ ਲੰਘਣੇ ਨੇ, ਸਰਕਾਰ ਮੰਨਦੀ ਨਹੀਂ, ਕਿਸਾਨ ਉੱਠਦੇ ਨਹੀਂ, ਤਾਂ ਇਹ ਲੜਾਈ ਹੈ ਜਿਹੜੀ ਲੰਬੀ ਚੱਲਣ ਦੇ ਹੀ ਆਸਾਰ ਦਿਸ ਰਹੇ ਨੇ। ਪੰਜਾਬ ਦੇ ਵਿੱਚ 2020 ਦੇ ਸਤੰਬਰ ਮਹੀਨੇ 'ਚ ਹੀ ਸੰਘਰਸ਼ ਸ਼ੁਰੂ ਹੋ ਗਿਆ ਸੀ ਤੇ ਹੁਣ ਮਾਰਚ ਲੰਘ ਗਿਆ, ਅੱਜ ਅਪ੍ਰੈਲ ਚੜ੍ਹ ਗਿਆ, ਪੂਰੇ 6 ਮਹੀਨੇ ਹੋ ਗਏ ਨੇ। ਉਧਰ ਮਲੋਟ ਕਾਂਡ ਦੇ ਵਿੱਚ ਕਿਸਾਨਾਂ ਨੂੰ ਚੁੱਕਣ ਦੇ ਸਵਾਲਾਂ ਦੇ ਵਿੱਚ ਪੁਲਿਸ ਘਿਰ ਗਈ ਹੈ। ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉੱਠਣ ਲੱਗੇ ਨੇ। ਮਲੋਟ ਦੇ ਪਿੰਡ ਬੋਦੀਵਾਲਾ, ਮਿੱਡਾ ਤੇ ਗੁਰੂਸਰ ਯੋਧਾ ਦੇ ਵਿੱਚ ਪੜਤਾਲ ਕੀਤੀ ਗਈ ਹੈ। ਉਸ ਦੇ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ। ਇਹਨਾਂ ਪਿੰਡਾਂ ਦੇ ਅੱਧੀ ਦਰਜਨ ਦੇ ਕਰੀਬ ਪਰਿਵਾਰਾਂ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਵਾਲੇ ਦਿਨ ਉਹਨਾਂ ਦੇ ਪਰਿਵਾਰਕ ਮੈਂਬਰ ਘਟਨਾ ਥਾਂ ਤੇ ਹੀ ਨਹੀਂ ਸੀ, ਪਰ ਪੁਲਿਸ ਨੇ ਉਹਨਾਂ ਨੂੰ ਘਰੋਂ ਚੁੱਕ ਲਿਆ, ਜਿਨ੍ਹਾਂ ਵਿੱਚੋਂ ਕਈ ਤਾਂ ਬਜ਼ੁਰਗ ਨੇ, ਦਿਲ ਦੇ ਰੋਗੀ ਨੇ, ਸ਼ੂਗਰ ਤੇ ਹੋਰ ਬਿਮਾਰੀਆਂ ਤੋਂ ਪੀੜਤ ਨੇ। ਹੈਰਾਨੀਜਨਕ ਹੈ ਕਿ ਪੁਲਿਸ ਕਰ ਕੀ ਰਹੀ ਹੈ। ਸੋ ਪੂਰੀ ਖਬਰ ਹੈ ਜਿਹੜੀ ਆਪਾਂ ਵਿਸਥਾਰ ਦੇ ਵਿੱਚ ਵੀ ਇਸ ਤੇ ਰਿਪੋਰਟ ਕਰਾਂਗੇ ਅੱਜ। ਤੇ ਕਿਸਾਨਾਂ ਨੂੰ ਚੁੱਕਣ ਦੇ ਸਵਾਲਾਂ 'ਚ ਹੁਣ ਪੁਲਿਸ ਇੱਥੇ ਘਿਰ ਗਈ ਹੈ, ਪਰ ਕੀ ਕਿਸਾਨਾਂ ਨੂੰ ਛੱਡਿਆ ਜਾਏਗਾ ਜਿਹੜੇ ਬਜ਼ੁਰਗ ਨੇ, ਬਿਮਾਰੀਆਂ ਤੋਂ ਪੀੜਤ ਨੇ? ਇਸ ਬਾਰੇ ਨਹੀਂ ਕੁਝ ਕਿਹਾ ਜਾ ਸਕਦਾ। ਕਿਲ੍ਹਾ ਰਾਏਪੁਰ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਵੱਲੋਂ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਸਾਹਮਣੇ ਧਰਨਾ ਜਾਰੀ ਹੈ। ਜਿਹੜਾ ਪਿੰਡ ਰੰਗੀਆਂ ਦੇ ਵਿੱਚ ਹਿੰਦ ਟਰਮੀਨਲ ਮੂਹਰੇ ਧਰਨਾ ਲਾਇਆ ਸੀ, ਉਹ ਜਾਂਚ ਮੁਕੰਮਲ ਹੋਣ ਤੋਂ ਬਾਅਦ ਚੁੱਕ ਲਿਆ ਗਿਆ। ਇੱਥੇ ਉਗਰਾਹਾਂ ਜਥੇਬੰਦੀ ਦੀ ਅਗਵਾਈ ਦੇ ਵਿੱਚ 5 ਦਿਨ ਧਰਨਾ ਲਾਇਆ ਗਿਆ। ਦੋਸ਼ ਲੱਗੇ ਸੀ ਕਿ ਅਡਾਨੀਆਂ ਦੀ ਖੁਸ਼ਕ ਬੰਦਰਗਾਹ ਦੇ ਮਾਲ ਦੀ ਲੁਕਵੇਂ ਢੰਗ ਦੇ ਨਾਲ ਢੋਆ ਢੁਆਈ ਕੀਤੀ ਜਾ ਰਹੀ ਹੈ, ਪਰ ਪੜਤਾਲ ਤੋਂ ਬਾਅਦ ਇਹ ਧਰਨਾ ਚੁੱਕ ਦਿੱਤਾ ਗਿਆ। ਪਰ ਅਡਾਨੀਆਂ ਦੀ ਜਿਹੜੀ ਕਿਲ੍ਹਾ ਰਾਏਪੁਰ ਦੇ ਵਿੱਚ ਖੁਸ਼ਕ ਬੰਦਰਗਾਹ ਬਣੀ ਹੋਈ ਹੈ, ਉਹਦੇ ਸਾਹਮਣੇ ਧਰਨਾ ਲਗਾਤਾਰ ਜਾਰੀ ਹੈ। ਜਲੰਧਰ ਦੇ ਵਿੱਚ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਬੀਜੇਪੀ ਨੇ ਗੁਪਤ ਮੀਟਿੰਗ ਕੀਤੀ ਹੈ। ਮਈ ਮਹੀਨੇ ਦੇ ਵਿੱਚ ਵੱਡੀ ਰੈਲੀ ਰਾਹੀਂ ਸ਼ਕਤੀ ਪ੍ਰਦਰਸ਼ਨ ਦੀ ਯੋਜਨਾ ਬਣਾਉਣ ਦੀ ਜਿਹੜੀ ਜਾਣਕਾਰੀ ਹੈ ਉਹ ਮਿਲ ਰਹੀ ਹੈ। ਸੰਗਰੂਰ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਹੈ। ਨਿੱਜੀ ਸਕੂਲਾਂ ਦੇ ਅਧਿਆਪਕਾਂ, ਟਰਾਂਸਪੋਰਟਰਾਂ ਤੇ ਮੁਲਾਜ਼ਮਾਂ ਨੇ ਡੀਸੀ ਦਫ਼ਤਰ ਤੱਕ ਮਾਰਚ ਕੱਢਿਆ ਤੇ ਸਕੂਲ ਬੰਦ ਕਰਨ ਦਾ ਫੈਸਲਾ ਸਿਆਸੀ ਕਰੋਨਾ ਕਰਾਰ ਦਿੱਤਾ, ਯਾਨੀ ਕਿ ਸਿਆਸੀ ਕਰੋਨਾ ਦੇ ਕਰਕੇ ਸਕੂਲ ਬੰਦ ਕੀਤੇ ਗਏ ਨੇ। ਉਂਝ ਵੀ ਸੋਸ਼ਲ ਮੀਡੀਆ ਤੇ ਬੜੀ ਟਰੋਲ ਹੋ ਰਹੀ ਹੈ ਕੈਪਟਨ ਸਰਕਾਰ ਕੇ ਠੇਕੇ ਤਾਂ ਪੰਜਾਬ ਦੇ ਵਿੱਚ ਖੁੱਲੇ ਨੇ ਤੇ ਸਕੂਲ ਨੇ ਜਿਹੜੇ ਉਹ ਬੰਦ ਕੀਤੇ ਗਏ ਨੇ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਮਹਿੰਗੀ ਬਿਜਲੀ ਦੇ ਵਿਰੁੱਧ ਜਨ ਅੰਦੋਲਨ ਛੇੜਨ ਦਾ ਐਲਾਨ ਕਰ ਦਿੱਤਾ, ਜਿਸ ਨੂੰ ਇਹ ਚੋਣਾਂ ਦਾ ਮੁੱਦਾ ਵੀ ਬਣਾਉਣਗੇ। ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇਹ ਸ਼ੁਰੂ ਕੀਤਾ ਗਿਆ। ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਨੇੜੇ ਮੁਜ਼ਾਹਰਾ ਕੀਤਾ। 2 ਔਰਤਾਂ ਸਮੇਤ 4 ਬੇਰੁਜ਼ਗਾਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ। ਅਧਿਆਪਕ ਭਰਤੀ ਕਰਨ ਦੀ ਮੰਗ ਕਰ ਰਹੇ ਸੀ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 5 ਸਿੰਘ ਸਾਹਿਬਾਨਾਂ ਦੀ ਬੈਠਕ ਹੋਈ, ਜਿਸ ਦੇ ਵਿੱਚ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਨੂੰ ਤਲਬ ਕੀਤਾ ਗਿਆ ਸੀ। ਪ੍ਰਧਾਨ ਸਮੇਤ ਤੇ ਚੀਫ ਖਾਲਸਾ ਦੀਵਾਨ ਕੋਲੋਂ ਰਿਕਾਰਡ ਮੰਗਿਆ ਗਿਆ। 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੇ ਵਿੱਚ ਕਰੋਨਾ ਬਾਰੇ ਸਰਕਾਰ ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਵੀ ਲਾਇਆ ਗਿਆ ਹੈ। ਚੀਫ ਖਾਲਸਾ ਦੀਵਾਨ ਦਾ ਜਿਹੜਾ ਮਸਲਾ ਹੈ ਉਹ ਗੈਰ ਅੰਮ੍ਰਿਤਧਾਰੀ ਮੈਂਬਰਾਂ ਦਾ ਮਸਲਾ ਹੈ। ਪੂਰੀ ਖਬਰ ਡਿਟੇਲ ਦੇ ਵਿੱਚ ਤੁਹਾਨੂੰ ਦੱਸਾਂਗੇ। ਤੇ ਇਸ ਦੇ ਨਾਲ ਹੀ ਇਹ ਵੀ ਖਬਰ ਮਿਲ ਰਹੀ ਹੈ ਕਿ ਕਰੋਨਾ ਤੋਂ ਬਚਾਅ ਵਾਸਤੇ ਟੀਕਾਕਰਨ ਮੁਹਿੰਮ ਦੇ ਤਹਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਜਥੇਦਾਰਾਂ ਨੇ ਵੀ ਕਰੋਨਾ ਦਾ ਟੀਕਾ ਲਗਵਾਇਆ ਹੈ। ਉਧਰ ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਵਜ਼ੀਫਾ ਰਾਸ਼ੀ ਵੰਡੀ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਹੈ ਉਸ ਤੇ ਬੀਬੀ ਜਗੀਰ ਕੌਰ ਨੇ ਕੀ ਬਿਆਨ ਦਿੱਤਾ ਹੈ, ਵਿਸਥਾਰ ਦੇ ਵਿੱਚ ਤੁਹਾਨੂੰ ਦੱਸਾਂਗੇ। ਪੰਜਾਬ ਦੇ ਵਿੱਚ ਪੁਲਿਸ ਦੀਆਂ ਵਧੀਕੀਆਂ ਦਾ ਮਸਲਾ ਇੱਕ ਨਹੀਂ, ਅਣਗਿਣਤ ਮਸਲੇ ਨੇ। ਤਰਨਤਾਰਨ ਤੋਂ ਇੱਕ ਖਬਰ ਹੈ, 3 ਦਹਾਕਿਆਂ ਬਾਅਦ ਪੁਲਿਸ ਕੋਲੋਂ ਥਾਂ ਦਾ ਕਬਜ਼ਾ ਵਾਪਸ ਮਿਲਿਆ ਇੱਕ ਪਰਿਵਾਰ ਨੂੰ। ਕਾਨੂੰਨੀ ਲੜਾਈ ਲੰਬੀ ਲੜਨੀ ਪਈ ਹੈ। ਪੁਲਿਸ ਨੇ ਕਬਜ਼ਾ ਕਰਕੇ ਇੱਥੇ ਚੌਂਕੀ ਬਣਾ ਲਈ ਸੀ। ਖਾੜਕੂ ਲਹਿਰ ਦੇ ਜਿਹੜੇ ਬਾਬਾ ਗੁਰਬਚਨ ਸਿੰਘ ਮਾਨੂ ਚਾਹਲ, ਉਹਨਾਂ ਦਾ ਪਰਿਵਾਰ 28 ਸਾਲਾਂ ਤੋਂ ਵੱਧ ਸਮੇਂ ਤੋਂ ਪੁਲਿਸ ਵੱਲੋਂ ਕਬਜ਼ੇ 'ਚ ਲਈ ਆਪਣੀ ਜਾਇਦਾਦ ਨੂੰ ਛੁਡਵਾਉਣ ਦੇ ਵਿੱਚ ਹੁਣ ਜਾ ਕੇ ਸਫਲ ਹੋਇਆ ਤੇ ਪੁਲਿਸ ਦੇ ਕਬਜ਼ੇ ਦੇ ਵਿੱਚੋਂ ਹੁਣ ਬਾਬਾ ਗੁਰਬਚਨ ਸਿੰਘ ਮਾਨੂ ਚਾਹਲ ਕਲਾਂ ਦੇ ਪਰਿਵਾਰ ਦੀ ਜਾਇਦਾਦ ਹੈ ਜਿਹੜੀ ਉਹ ਖਾਲੀ ਕਰਵਾ ਲਈ ਗਈ ਹੈ। ਪੂਰੀ ਖਬਰ ਹੈ ਜਿਹੜੀ ਉਹ ਅਸੀਂ ਤੁਹਾਨੂੰ ਵਿਸਥਾਰ ਦੇ ਵਿੱਚ ਵੱਖਰੀ ਰਿਪੋਰਟ ਦੇ ਵਿੱਚ ਦੱਸਾਂਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਤੇ ਗੱਲ ਕਰਾਂਗੇ ਪੰਜਾਬ ਦੇ ਵਿਗੜਦੇ ਹੋਏ ਮੌਸਮ ਦੀ। ਧੂੜ ਭਰੀਆਂ ਹਨੇਰੀਆਂ ਚੱਲ ਰਹੀਆਂ ਨੇ। ਤੁਸੀਂ ਸਾਰੇ ਝੱਲ ਰਹੇ ਹੋਵੋਗੇ ਕਿ ਪਿਛਲੇ 1-2 ਦਿਨਾਂ ਤੋਂ ਧੂੜ ਦੇ ਨਾਲ, ਮਿੱਟੀ ਨਾਲ, ਰੇਤੇ ਨਾਲ ਭਰੀਆਂ ਹਨੇਰੀਆਂ ਚੱਲ ਰਹੀਆਂ ਨੇ। ਦਿੱਲੀ NCR ਦੇ ਵਿੱਚ ਵੀ ਪੰਜਾਬ ਦੇ ਨਾਲ-ਨਾਲ ਮੌਸਮ ਨੇ ਕਰਵਟ ਲਈ ਹੈ।
ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਤਿੱਖੀ ਧੁੱਪ ਦੇ ਨਾਲ ਤਾਪਮਾਨ ਵਧਦਾ ਜਾ ਰਿਹਾ ਸੀ, ਪਰ ਸਵੇਰ ਤੋਂ ਕੱਲ ਤੋਂ यानी कि 30 ਤਰੀਕ ਦੀ ਸਵੇਰ ਤੋਂ ਲਗਾਤਾਰ ਹਵਾਵਾਂ ਚੱਲ ਰਹੀਆਂ ਸੀ ਤੇ ਰਾਤ ਹੁੰਦੇ ਹੁੰਦੇ ਥੋੜੀ ਠੰਡ ਹੈ ਜਿਹੜੀ ਉਹ ਜ਼ਰੂਰ ਮਹਿਸੂਸ ਕੀਤੀ ਗਈ ਸੀ। ਮੌਸਮ ਦੇ ਵਿੱਚ ਜਿਹੜਾ ਹਲਕਾ ਠੰਡਾਪਣ ਮਹਿਸੂਸ ਕੀਤਾ ਗਿਆ ਸੀ। ਦਿੱਲੀ ਦੇ ਵਿੱਚ ਤਾਪਮਾਨ ਹੈ ਜਿਹੜਾ ਵੱਧ ਤੋਂ ਵੱਧ 37.8 ਡਿਗਰੀ ਸੈਲਸੀਅਸ ਜਦਕਿ ਘੱਟ ਤੋਂ ਘੱਟ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ। ਮੌਸਮ ਵਿਭਾਗ ਦੇ ਮੁਤਾबिक ਦਿੱਲੀ ਦੇ ਵਿੱਚ ਵੀ ਤੇਜ਼ ਹਵਾਵਾਂ ਦੇ ਨਾਲ ਧੂੜ ਭਰੀ ਹਨੇਰੀ ਚੱਲਣ ਦੀ ਸੰਭਾਵਨਾ ਹੈ। ਦਿੱਲੀ ਐਨਸੀਆਰ ਦੇ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਵਧਿਆ ਹੋਇਆ ਹੈ। ਪੰਜਾਬ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਮੁਤਾबिक 1-2 ਦਿਨਾਂ ਤੱਕ ਹੋਰ ਮੌਸਮ ਦੇ ਵਿੱਚ ਗਿਰਾਵਟ ਹੈ ਜਿਹੜੀ ਉਹ ਦਰਜ ਕੀਤੀ ਜਾਏਗੀ। ਦਿੱਲੀ 'ਚ ਇਸ ਵਾਰ ਸੀਜ਼ਨ ਦੀ ਸ਼ੁਰੂਆਤ ਵਿੱਚ ਹੀ ਕੜਾਕੇ ਦੀ ਗਰਮੀ ਪੈ ਰਹੀ ਹੈ ਤੇ 29 ਮਾਰਚ ਨੂੰ ਗਰਮੀ ਨੇ ਪਿਛਲੇ 76 ਸਾਲਾਂ ਦਾ ਰਿਕਾਰਡ ਤੋੜਿਆ, ਇਹ ਮੌਸਮ ਵਿਭਾਗ ਦਾ ਕਹਿਣਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਰੀਬ 1 ਮਹੀਨਾ ਪਹਿਲਾਂ ਗਰਮੀ ਨੇ ਦਸਤਕ ਦੇ ਦਿੱਤੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਸੀਜ਼ਨ ਦੇ ਵਿੱਚ ਰਿਕਾਰਡ ਤੋੜ ਗਰਮੀ ਪਵੇਗੀ। ਪਿਛਲੇ ਸੀਜ਼ਨ ਦੇ ਵਿੱਚ ਮਾਰਚ ਦੇ ਮਹੀਨੇ ਦੇ ਵਿੱਚ ਇੰਨੀ ਗਰਮੀ ਨਹੀਂ ਹੋਈ ਸੀ। ਅਪ੍ਰੈਲ ਮਹੀਨੇ ਦੇ ਵਿੱਚ ਵੀ ਮੌਸਮ ਕਾਫੀ ਖੁਸ਼ਗਵਾਰ ਦੇਖਿਆ ਜਾ ਸਕਦਾ ਸੀ, ਕਿਉਂਕਿ ਪਿਛਲੇ ਸਾਲ ਇੱਕ ਤਾਂ कोरोना वायरस का दौर चल रहा सी, उत्तों करफ्यू लग गया सी, चारे पासे सुनमसान पसरी हुई सी ते मौसम बिल्कुल साफ हो गया सी क्योंकि वाहन नहीं चल सकते सी सड़कों के उत्ते। इस करके इस वारी है जिहड़ा ये महसूस किया जा रहा है कि गर्मी ज़्यादा पेगी। अगली खबर किसानां दे कई अहम ऐलानां दे नाल जुड़ी हुई है। संयुक्त किसान मोर्चे दे लीडरां ने मई महीने दे पहले 15 दिनां दे विच संसद कूच करन दा ऐलान कर दिता है। जिहड़े वड्डे फैसले लए गए ने, एक तां 5 अप्रैल नूं FCI बचाओ दिवस मनाया जाएगा, जिस तहत 5 अप्रैल नूं देश भर दे विच FCI दफ्तरां दा घेराव किया जाएगा। 10 अप्रैल नूं KMP ਨੂੰ 24 ਘੰਟਿਆਂ ਦੇ ਲਈ ਜਾਮ ਕੀਤਾ ਜਾਏਗਾ। 24 ਘੰਟੇ यानी कि पूरा दिन ਤੇ ਪੂਰੀ ਰਾਤ KMP ਨੂੰ ਜਾਮ ਕੀਤਾ ਜਾਏਗਾ। ਕੁੰਡਲੀ ਮਾਨਸਰ ਪਲਵਲ ਐਕਸਪ੍ਰੈਸਵੇ। 13 ਅਪ੍ਰੈਲ ਵਿਸਾਖੀ ਦਾ ਦਿਨ, ਖਾਲਸੇ ਦਾ ਸਾਜਨਾ ਦਿਹਾੜਾ। ਇਸ ਮੌਕੇ ਵਿਸਾਖੀ ਦਾ ਤਿਉਹਾਰ ਦਿੱਲੀ ਦੀਆਂ ਸਰਹੱਦਾਂ ਤੇ ਹੀ ਮਨਾਇਆ ਜਾਵੇਗਾ। 14 ਅਪ੍ਰੈਲ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੇ ਸੰਵਿਧਾਨ ਬਚਾਓ ਦਿਵਸ ਮਨਾਇਆ ਜਾਏਗਾ। 1 ਮਈ ਨੂੰ ਮਜ਼ਦੂਰ ਦਿਵਸ है, यह भी दिल्ली मोर्चों से मनाया जाएगा तो सारे प्रोग्राम इस दिन मजदूर किसान एकता नूं समर्पित किए जाएंगे। उस तो बाद जिहड़ा वड्डा ऐलान किया गया है संसद मार्च कड्ढण दा, यानी कि पहला इहो जिहे बयान आउंदे रहिंदे ने, संसद घेरन दा ऐलान, असीं संसद च कणक वेचण जावांगे, संसद नूं घेरा पावांगे, ट्रैक्टर लैके जावांगे। ये राकेश टिकैत पिछले दिनां दे विच कहिंदे रहे ने, पर हुण जिहड़ा किसान लीडर गुरनाम सिंह चड़ूनी ने तकरीबन सारे अहम ऐलान कीते ने। किसानां दी प्रैस कॉन्फ्रेंस हुई है ਸਿੰਘੂ बार्डर ते, उस विच कहा गया कि संसद मार्च मई के पहले पंद्रवाड़े किया जाएगा। इस विच औरतां, दलित, आदिवासी, बहुजन, बेरोजगार, नौजवान ते समाज के हर वर्ग के लोग शामिल होणगे। पूरी तरह दे नाल शांतमई होएगा। गुरनाम सिंह चड़ूनी ने कहा कि लोग अपने वाहनां विच अपने पिंडां तो शहरां तो दिल्ली दीयां सरहदां तक आउणगे। उस तो बाद पैदल मार्च है जिहड़ा वो संसद तक कढ़िया जाएगा, चाहे इहनूं किन्ने दिन लग जाण। ਤੇ ਨਿਰਧਾਰਿਤ ਤਰੀਕ ਦਾ ਐਲਾਨ ਹਲੇ ਕੀਤਾ ਜਾਏਗਾ ਕਿਉਂਕਿ ਵਿੱਚ ਵਿਚਾਲੇ ਹਜੇ ਅਪ੍ਰੈਲ ਦਾ ਮਹੀਨਾ ਪਿਆ ਹੈਗਾ। ਸੋ ਮਈ ਤੱਕ ਇਸ ਦਾ ਐਲਾਨ ਕਰ ਦਿੱਤਾ ਜਾਏਗਾ ਕਿ ਕਿਹੜੀ ਤਰੀਕ ਨੂੰ ਇਹ ਮਾਰਚ ਹੈ ਜਿਹੜਾ ਉਹ ਸ਼ੁਰੂ ਹੋਵੇਗਾ। ਚੜੂਨੀ ਨੇ ਸਪਸ਼ਟ ਕੀਤਾ ਕਿ ਟਰੈਕਟਰ ਲੈ ਕੇ ਸੰਸਦ ਵੱਲ ਜਾਣ ਦਾ ਬਿਆਨ ਰਾਕੇਸ਼ ਟਿਕੈਤ ਦਾ ਨਿੱਜੀ ਬਿਆਨ ਸੀ। ਟਰੈਕਟਰ ਨਹੀਂ ਲੈ ਕੇ ਜਾਵਾਂਗੇ ਕਿਉਂਕਿ ਹਿੰਸਾ ਹੋਣ ਦਾ ਡਰ ਰਹਿੰਦਾ। ਇਸ ਤੋਂ ਪਹਿਲਾਂ ਅਸੀਂ ਇਸ ਕੂਚ ਨਾਲ ਜੁੜੇ ਸਾਰੇ ਐਲਾਨ ਕਰਨੇ ਸ਼ੁਰੂ ਕਰ ਦੇਵਾਂਗੇ। उन्होंने कहा कि असीं एक कमेटी बनावांगे, वो कमेटी ही फैसला करेगी, फिर तरीक का ऐलान होवेगा। चड़ूनी ने कहा कि जिन्नियां भी पिछे हिंसक घटनावां होईयां ने उन्हां सब तो असीं कुछ ना कुछ सिੱਖਿਆ है ते उन्हां नूं किवें रोकना है उसदा असीं ध्यान रखांगे। चड़ूनी ने मीडिया नूं कहा कि किसी एक व्यक्ति के बयान नूं संयुक्त किसान मोर्चे का बयान नहीं मनना चाहिए। इत्थे वो गल शायद टिकैत दी ही कर रहे ने जिहड़े समय-समय ते तिखे बयान दिंदे रहिंदे ने। 26 जनवरी बारे भी गल हुई। चड़ूनी ने कहा कि 26 जनवरी ਨੂੰ भी सिर्फ रिंग रोड जाਣ ਦਾ ਐਲਾਨ ਸੀ। उस ਵੇਲੇ ਜੇਕਰ नौजवान लाल किला चले भी गए तो भुलेखे नाल गए तो उस तो बाद ही झगड़ा होया सी। कहा कि 26 जनवरी तो बाद मोर्चा फूक फूक के कदम चुक रहा है, पार्लीमेंट वाल भी असीं शांतिपूर्वक जावांगे। सो चड़ूनी ने जिहड़ा इत्थे कहा कि 26 जनवरी ਨੂੰ भी रिंग रोड जाਣ ਦਾ ਐਲਾਨ ਸੀ। ਇਹਦੇ ਵਿੱਚੋਂ ਸਾਫ਼ ਹੁੰਦਾ ਹੈ ਕਿ ਉਸ ਦਿਨ ਜਿਹੜੇ ਗੁਰਨਾਮ ਸਿੰਘ ਚੜੂਨੀ ਨੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਨੇ।
ਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਲੀ ਪੁਲਿਸ ਦਾ ਰੂਟ ਅਪਣਾਇਆ ਸੀ, ਜਿਹੜਾ ਕਿ ਰਿੰਗ ਰੋਡ ਨਹੀਂ ਸੀ। ਰਿੰਗ ਰੋਡ ਤੇ ਜਾਣ ਦਾ ਐਲਾਨ ਕੀਤਾ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ। ਸੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਰਿੰਗ ਰੋਡ ਤੇ ਜਾਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ 26 ਜਨਵਰੀ ਨੂੰ ਸਾਰਾ ਕੁਝ ਵਾਪਰਦਾ, ਇੱਕਾ ਦੁੱਕਾ ਘਟਨਾਵਾਂ ਹੁੰਦੀਆਂ ਨੇ, ਨੌਜਵਾਨ ਲਾਲ ਕਿਲੇ ਤੇ ਚਲੇ ਜਾਂਦੇ ਨੇ। ਤਾਂ ਫਿਰ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਨੇ, ਖਾਸ ਕਰਕੇ ਬਲਵੀਰ ਸਿੰਘ ਰਾਜੇਵਾਲ ਜਾਂ ਜਿੰਨੇ ਵੀ ਉਸ ਦਿਨ ਸਟੇਜ ਤੇ ਆਏ ਲੀਡਰ ਸੀ, ਸਾਰਿਆਂ ਨੇ ਇਹ ਤਿੱਖੇ ਬਿਆਨ ਦਿੱਤੇ ਸੀ ਕਿ ਸਾਜ਼ਿਸ਼ ਹੋਈ ਹੈ। ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਨੇ ਉਹ ਸਰਕਾਰ ਦੇ ਨਾਲ ਰਲ ਗਏ ਨੇ, ਉਹਨਾਂ ਨੇ ਪੁਲਿਸ ਨਾਲ ਰਲ ਕੇ ਇਹ ਸਾਰਾ ਕੰਮ ਖਰਾਬ ਕੀਤਾ ਹੈ। ਪਰ ਚੜੂਨੀ ਵੀ ਕਹਿ ਰਹੇ ਨੇ ਕਿ ਰਿੰਗ ਰੋਡ ਜਾਣ ਦਾ ਐਲਾਨ ਸੀਗਾ, ਯਾਨੀ ਕਿ ਕਿਤੇ ਨਾ ਕਿਤੇ ਸਾਰੀਆਂ ਚੀਜ਼ਾਂ ਹੁਣ ਟਰੈਕ ਤੇ ਆਉਂਦੀਆਂ ਜਾ ਰਹੀਆਂ ਨੇ। ਉਸ ਵਕਤ ਜਿਹੜਾ ਸਭ ਕੁਝ ਗਲਤ ਲੱਗਦਾ ਸੀ ਕਿ ਇਹ ਗਲਤ ਹੋ ਗਿਆ, ਹੁਣ ਉਸ ਨੂੰ ਇੱਕ ਜਿਹੜਾ ਹੈਗਾ ਆ ਕਾਲੀ ਵਿੱਚ ਜਾਂ ਫਿਰ ਅਣਜਾਣਪੁਣੇ ਵਿੱਚ ਲਿਆ ਗਿਆ ਫੈਸਲਾ ਸਾਰੇ ਕਿਸਾਨ ਲੀਡਰ ਹੁਣ ਹੌਲੀ-ਹੌਲੀ ਦੱਸ ਰਹੇ ਨੇ। ਲੱਖਾਂ ਸਿਧਾਣਾਂ ਦੇ ਬਾਰੇ ਵੀ ਹੁਣ ਨਿਤ ਨਵੇਂ ਬਿਆਨ ਆਉਂਦੇ ਰਹਿੰਦੇ ਨੇ, ਬਿਆਨ ਇਕੱਠੇ ਹੋਣ ਦੇ ਹੀ ਆਉਂਦੇ ਨੇ ਤੇ ਚੰਗੀ ਗੱਲ ਹੈ ਮੋਰਚੇ ਦੇ ਲਈ। ਗਾਜ਼ੀਪੁਰ ਬਾਰਡਰ ਤੇ ਸੰਯੁਕਤ ਕਿਸਾਨ ਮੋਰਚਾ ਗਾਜ਼ੀਪੁਰ ਬਾਰਡਰ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਇਹਨਾਂ ਕਾਨੂੰਨਾਂ ਵਿੱਚ ਕੀ ਕਾਲਾ ਹੈ, ਕਿਸਾਨ MSP ਦੀ ਮੰਗ ਕਿਉਂ ਕਰ ਰਹੇ ਨੇ, ਗੰਨਾ ਕਿਸਾਨਾਂ ਅਤੇ ਸਮੇਂ ਸਿਰ ਅਦਾਇਗੀ ਤੇ ਕੀ ਪ੍ਰਭਾਵ ਪਏਗਾ, ਠੇਕੇ ਦੀ ਕਿਸਾਨੀ ਤੇ ਪਸ਼ੂ ਪਾਲਕਾਂ ਤੇ ਇਹਨਾਂ ਕਾਨੂੰਨਾਂ ਦਾ ਕੀ ਪ੍ਰਭਾਵ ਹੁੰਦਾ ਹੈ, ਬਿਜਲੀ ਬਿੱਲ ਨਾਲ ਕੀ ਸਮੱਸਿਆ ਹੋ ਰਹੀ ਹੈ, ਸਰਕਾਰ ਦੁਆਰਾ ਕਾਨੂੰਨਾਂ ਨੂੰ ਮੁਲਤਵੀ ਕਰਨ ਤੇ ਕਿਸਾਨਾਂ ਦਾ ਵਿਰੋਧ ਕੀ ਹੈ। ਤੇ ਇਸ ਸਰਕੂਲਰ ਦੀ ਇੱਕ ਕਾਪੀ ਹੈ ਜਿਹੜੀ ਉਹ ਅਸੀਂ ਤੁਹਾਨੂੰ ਇੱਥੇ ਦਿਖਾ ਰਹੇ ਹਾਂ। ਇਸ ਸਰਕੂਲਰ ਜਿਹੜਾ ਜਾਰੀ ਕੀਤਾ ਗਿਆ ਹੈ ਗਾਜ਼ੀਪੁਰ ਬਾਰਡਰ ਤੇ, ਉਹਦੇ ਵਿੱਚ ਦੱਸਿਆ ਕਿ ਇਹਨਾਂ ਕਾਨੂੰਨਾਂ ਵਿੱਚ ਕਾਲਾ ਕੀ ਹੈ। ਇਹ ਸਰਕੂਲਰ ਸੋਸ਼ਲ ਮੀਡੀਆ ਤੇ ਤੁਹਾਨੂੰ ਮਿਲ ਜਾਵੇਗਾ ਤੇ ਤੁਸੀਂ ਇੱਥੋਂ ਵੀ ਸਾਡੀ ਸਕਰੀਨ ਤੋਂ ਵੀ ਸਕਰੀਨਸ਼ਾਟ ਲੈ ਕੇ ਇਸ ਸਰਕੂਲਰ ਨੂੰ ਪੜ੍ਹ ਸਕਦੇ ਹੋ ਕਿ ਆਖਿਰਕਾਰ ਕਾਨੂੰਨਾਂ ਦੇ ਵਿੱਚ ਕਾਲਾ ਕੀ ਹੈ। 26 ਜਨਵਰੀ ਨੂੰ ਲਾਲ ਕਿਲੇ ਤੇ ਜੋ ਕੁਝ ਵੀ ਵਾਪਰਿਆ, ਉਸ ਤੋਂ ਬਾਅਦ ਪੁਲਿਸ ਨੇ ਮੁੱਖ ਮੁਲਜ਼ਮ ਜਿਸ ਨੂੰ ਮੰਨਿਆ ਉਸ ਦਾ ਨਾਮ ਦੀਪ ਸਿੱਧੂ, ਜੋ ਅਦਾਕਾਰ ਤੇ ਵਕੀਲ ਹੈ। ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਫਿਰ ਤੋਂ ਟਲ ਗਈ ਹੈ। ਇਸ ਮਾਮਲੇ ਦੇ ਵਿੱਚ ਸੁਣਵਾਈ ਦੌਰਾਨ 30 ਹਜ਼ਾਰੀ ਕੋਰਟ ਨੇ ਦਿੱਲੀ ਪੁਲਿਸ ਨੂੰ 2 ਵਜੇ ਤੱਕ ਜਵਾਬ ਦੇਣ ਲਈ ਕਿਹਾ ਸੀ, ਪਰ ਹੁਣ ਮਾਮਲੇ ਦੀ ਸੁਣਵਾਈ ਹੈ ਜਿਹੜੀ 1 ਅਪ੍ਰੈਲ ਨੂੰ ਹੋਏਗੀ। ਦੀਪ ਸਿੱਧੂ ਨੂੰ 8 ਫਰਵਰੀ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੀਪ ਸਿੱਧੂ ਪਿਛਲੇ 50 ਦਿਨਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ। DSGMC ਚੋਣਾਂ ਦੇ ਨਾਲ ਜੁੜੀਆਂ 2 ਵੱਡੀਆਂ ਖਬਰਾਂ ਆਉਂਦੀਆਂ ਨੇ। ਸਭ ਤੋਂ ਪਹਿਲਾਂ ਖਬਰ ਇਹ ਆਉਂਦੀ ਹੈ ਕਿ ਦਿੱਲੀ ਕਮੇਟੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚੋਣਾਂ ਨਹੀਂ ਲੜ ਸਕੇਗੀ, ਕਿਉਂਕਿ ਗੁਰਦੁਆਰਾ ਚੋਣ ਕਮਿਸ਼ਨ ਦੇ ਡਾਇਰੈਕਟਰ ਨੇ ਇਹ ਹੁਕਮ ਦੇ ਦਿੱਤਾ ਹੈ ਕਿ ਸੋਧੇ ਹੋਏ ਨਿਯਮ ਇਹਨਾਂ ਚੋਣਾਂ ਦੇ ਵਿੱਚ ਹੀ ਲਾਗੂ ਹੋਣਗੇ। ਸੋਧੇ ਹੋਏ ਨਿਯਮਾਂ ਦੇ ਮੁਤਾਬਿਕ ਕੋਈ ਵੀ ਸਿਆਸੀ ਪਾਰਟੀ ਧਾਰਮਿਕ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਤੁਰੰਤ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਦਿੱਤੀ ਤੇ ਹਾਈ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਕਮੇਟੀ ਨੂੰ ਚੋਣਾਂ ਲੜਨ ਦੀ ਇਜਾਜ਼ਤ ਦਿੱਤੀ, ਕਿਹਾ ਕਿ ਦਿੱਲੀ ਕਮੇਟੀ ਚੋਣਾਂ ਲੜਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਨਿਸ਼ਾਨ ਅਲਾਟ ਕੀਤਾ ਜਾਵੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਬਾਲਟੀ ਚੋਣ ਨਿਸ਼ਾਨ ਤੇ ਦਿੱਲੀ ਦੇ ਵਿੱਚ ਕਮੇਟੀ ਚੋਣਾਂ ਲੜੇਗਾ। DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਾਫੀ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਇਸ ਨੂੰ ਜਿੱਤ ਦੱਸਿਆ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ। ਉਹਨਾਂ ਨੇ ਕਿਹਾ ਕਿ ਗੁਰੂ ਤੇ ਭਰੋਸੇ ਕਾਰਨ ਸਾਡੀ ਜਿੱਤ ਹੋਈ ਹੈ। ਜਿਹੜੇ ਲੋਕ ਕਹਿ ਰਹੇ ਸੀ ਕਿ ਸਿਆਸੀ ਪਾਰਟੀਆਂ ਨੂੰ ਅਸੀਂ ਇਹਨਾਂ ਜਿਹੜੀਆਂ ਧਾਰਮਿਕ ਚੋਣਾਂ ਦੇ ਵਿੱਚੋਂ ਕੱਢ ਦਿੱਤਾ ਹੈ, ਉਹਨਾਂ ਦੇ ਮੂੰਹ ਤੇ ਚਪੇੜ ਵੱਜੀ ਹੈ ਤੇ 9ਵੇਂ ਪਾਤਸ਼ਾਹ ਨੇ ਸਾਨੂੰ ਜਿੱਤ ਦਿਵਾਈ ਹੈ। ਨਾਲ ਹੀ ਉਹਨਾਂ ਨੇ ਕਿਸਾਨਾਂ ਦਾ ਧੰਨਵਾਦ ਕੀਤਾ, ਜਿਹੜੇ ਜੇਲ੍ਹਾਂ ਦੇ ਵਿੱਚ ਕਿਸਾਨ ਸੀ ਰਿਹਾ ਹੋਏ, ਉਹਨਾਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਦੀਆਂ ਦੁਆਵਾਂ ਦੇ ਨਾਲ ਸਾਡੀ ਜਿੱਤ ਹੋਈ ਹੈ। ਅਸੀਂ ਉਹਨਾਂ ਦੇ ਨਾਲ ਖੜੇ ਸੀ, ਖੜੇ ਹਾਂ ਤੇ ਖੜੇ ਰਹਾਂਗੇ। ਕਿਸਾਨਾਂ ਦੇ ਨਾਲ ਖੜਨ ਕਰਕੇ ਹੀ ਅਕਾਲ ਪੁਰਖ ਸਾਡਾ ਸਾਥ ਦੇ ਰਿਹਾ ਹੈ। ਇਸ ਤਰ੍ਹਾਂ ਦੇ ਬਿਆਨ ਨੇ ਜਿਹੜੇ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੇ ਨੇ। ਇਸ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਚੋਣ ਕਮਿਸ਼ਨ ਦੇ ਡਾਇਰੈਕਟਰ ਨੇ ਹੁਕਮ ਦਿੱਤਾ ਸੀ ਕਿ ਸਿਰਫ 6 ਜਿਹੜੀਆਂ ਧਾਰਮਿਕ ਪਾਰਟੀਆਂ ਨੇ ਉਹ ਚੋਣ ਲੜ ਰਹੀਆਂ ਨੇ, ਜਿਹੜੀਆਂ ਕੁੱਦੀਆਂ ਹੋਈਆਂ ਨੇ। ਉਹਨਾਂ ਦੇ ਨਾਮ ਪੰਥਕ ਸੇਵਾ ਦਲ, ਆਮ ਅਕਾਲੀ ਦਲ, ਸਿੱਖ ਸਦਭਾਵਨਾ ਦਲ, ਜਾਗੋ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਪੰਥਕ ਅਕਾਲੀ ਲਹਿਰ। ਪਰ ਹੁਣ 7ਵਾਂ ਨਾਮ ਵੀ ਜੁੜ ਗਿਆ ਹੈ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੀ ਹੁਣ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਲੈ ਸਕੇਗਾ। ਇਹ ਸ਼੍ਰੋਮਣੀ ਅਕਾਲੀ ਦਲ ਲਈ ਇੱਕ ਵੱਡੀ ਰਾਹਤ ਹੈ ਜਿਹੜੀ ਉਹ ਕਹੀ ਜਾ ਸਕਦੀ ਹੈ। ਦਰਅਸਲ 2010 ਦੇ ਵਿੱਚ ਗੁਰਦੁਆਰਾ ਚੋਣਾਂ ਦੇ ਨਿਯਮਾਂ ਦੇ ਵਿੱਚ ਸੋਧ ਕਰਕੇ ਸਿਆਸੀ ਪਾਰਟੀਆਂ ਨੂੰ ਚੋਣਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ, ਪਰ ਸੋਧੇ ਹੋਏ ਨਿਯਮ ਹਾਲੇ ਤੱਕ ਲਾਗੂ ਨਹੀਂ ਹੋ ਸਕੇ। 2013 ਤੇ 17 ਦੇ ਵਿੱਚ ਵੀ ਗੁਰਦੁਆਰਾ ਚੋਣਾਂ ਹੋਈਆਂ, ਪਰ ਇਹ ਜਿਹੜੇ ਸੋਧੇ ਹੋਏ ਨਿਯਮ ਲਾਗੂ ਨਹੀਂ ਹੋਏ। ਸਿਆਸੀ ਪਾਰਟੀਆਂ ਵੀ ਇਹਨਾਂ ਦੇ ਵਿੱਚ ਚੋਣਾਂ ਲੜਦੀਆਂ ਰਹੀਆਂ ਤੇ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਹੈ ਤੇ ਕਮੇਟੀ ਚੋਣਾਂ ਲੜੇਗਾ। ਪਰ ਦੇਖਣਾ ਹੋਏਗਾ ਕਿ ਇਸ ਵਾਰੀ ਕਮੇਟੀ ਤੇ ਕਾਬਿਜ਼ ਕੌਣ ਹੁੰਦਾ ਹੈ। DSGMC ਚੋਣਾਂ ਦੇ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। 7 ਅਪ੍ਰੈਲ ਤੱਕ
ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਭਰ ਸਕਦੇ ਨੇ। ਪੜਤਾਲ 8 ਅਪ੍ਰੈਲ ਨੂੰ ਹੋਵੇਗੀ ਤੇ ਉਮੀਦਵਾਰ 10 ਅਪ੍ਰੈਲ ਤੱਕ ਨਾਮਜ਼ਦਗੀ ਪਰਚੇ ਵਾਪਸ ਵੀ ਲੈ ਸਕਦੇ ਨੇ। 25 ਤਰੀਕ ਨੂੰ ਵੋਟਾਂ ਪੈਣਗੀਆਂ, 28 ਅਪ੍ਰੈਲ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਤੇ ਸਾਰੀ ਪ੍ਰਕਿਰਿਆ 29 ਅਪ੍ਰੈਲ ਤੋਂ ਪਹਿਲਾਂ ਮੁਕੰਮਲ ਹੋ ਜਾਏਗੀ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਦੇ ਵਿੱਚ ਜੋ ਘਟਨਾ ਵਾਪਰੀ ਸੀ, ਸਿੱਖ ਸੰਗਤ ਅਤੇ ਪੁਲਿਸ ਦੇ ਵਿਚਾਲੇ ਜੋ ਟਕਰਾਅ ਹੋਇਆ ਸੀ, ਉਸ ਤੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਟਿੱਪਣੀ ਕੀਤੀ ਹੈ। ਜਗੀਰ ਕੌਰ ਨੇ ਕਿਹਾ ਕਿ ਜੋ ਵੀ ਹੋਇਆ मैं उसकी निंदा करती हाँ, पर अमन कानून बरकरार ना रख सकना सूबा सरकार की नाकामी है। उन्होंने कहा कि सरकार को सुचेत करना फर्ज बनता है, पर धार्मिक मसलों के विच दखल नहीं देना चाहिए। जगीर कौर ने सवाल चुकिया कि जे कुंभ के मेले में करोड़ों लोग गए, होला महल्ला होया, उत्थे लखां लोग आए, चोणां हो रही ने सूबे के विच, उत्थे हज़ारां लोग इकट्ठे हुंदे ने ते उत्थे तक करोना कुछ नहीं कहता, फिर क्यों इहो ਜਿਹੇ ਜਿਹੜੇ ਬਿਆਨ ਨੇ ਉਹ ਜਾਰੀ ਕੀਤੇ ਜਾਂਦੇ ਨੇ। ਕਹਿੰਦੇ ਪਿੱਛੇ ਲੋਕਾਂ ਨੂੰ ਡਰਾ ਕੇ ਇੰਨਾ ਤੰਗ ਕੀਤਾ ਸਰਕਾਰਾਂ ਨੇ ਕਿ ਲੋਕਾਂ ਦੀ ਰੋਜ਼ੀ ਰੋਟੀ ਤੱਕ ਮੁੱਕ ਗਈ ਸੀ। ਸਰਕਾਰ ਨੂੰ ਸੁਚੇਤ ਕਰਨਾ फर्ज बनता है लोगों को, पर धार्मिक मसलों के दखल देना सरकार का कोई काम नहीं है। 31 मार्च को श्री अकाल तख्त साहिब सकत्रेत विखे पंज सिंह साहिबाना की इकत्रता हुई, जिस दे विच चीफ खालसा दीवान के प्रधान समेत उन्होंने सारे मैंबरों को तलब किया गया सी जिन्होंने अमृत नहीं छकिया सी। तां उन्होंने सुनन तो बाद पंज सिंह साहिबाना ने विचार किया कि चीफ खालसा दीवान के विधान मुताबिक जिन्होंने मैंबरों ने अमृत नहीं छकिया ਜਾਂ जिन्हां मैंबरों ने अमृत छकण तो बाद रहत बहत पक्षों ढिल वरती है, ਜਾਂ कोई मैंबर ककारां तो रहत ने, ਉਹ ਅੱਜ ਤੋਂ 2 ਮਹੀਨੇ ਦੇ ਅੰਦਰ ਅੰਦਰ ਰਹਿਤ ਵਿੱਚ ਹੋਈ ਭੁੱਲ ਨੂੰ ਪੰਜ ਤਖਤ ਸਾਹਿਬਾਨਾਂ ਵਿੱਚੋਂ ਕਿਸੇ ਵੀ ਤਖਤ ਸਾਹਿਬ ਤੇ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਸੁਧਾਈ ਕਰਵਾਉਣ। ਜੇਕਰ ਕੋਈ ਅਜਿਹਾ ਕਰਨ ਨੂੰ ਤਿਆਰ ਨਹੀਂ ਹੈ ਤਾਂ ਉਹ ਚੀਫ ਖਾਲਸਾ ਦੀਵਾਨ ਦੀ ਮੈਂਬਰੀ ਤੋਂ ਆਪਣੇ ਆਪ ਅਸਤੀਫਾ ਦੇ ਦੇਵੇ ਜਾਂ ਫਿਰ ਚੀਫ ਖਾਲਸਾ ਦੀਵਾਨ ਉਸਦੀ ਮੁੱਢਲੀ ਮੈਂਬਰਸ਼ਿਪ ਆਪ ਰੱਦ ਕਰ ਦੇਵੇ। ਬੈਠਕ ਵਿੱਚ ਫੈਸਲਾ ਲਿਆ ਗਿਆ ਕਿ 2 ਮਹੀਨਿਆਂ ਤੋਂ ਬਾਅਦ ਕਿਸੇ ਵੀ ਸਮੇਂ ਚੀਫ ਖਾਲਸਾ ਦੀਵਾਨ ਦੇ ਸਾਰੇ ਮੈਂਬਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਇਕੱਠੇ ਕਰਕੇ ਪੁੱਛਗਿੱਛ ਕੀਤੀ ਜਾਵੇਗੀ। चीफ खालसा दीवान ਨੂੰ ਪਿਛਲੇ ਸਮੇਂ ਸੰਵਿਧਾਨ ਦੇ ਵਿੱਚ ਸੋਧ ਕਰਨ ਦੇ ਨਾਂ ਤੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਖਤਮ ਕੀਤੀ ਸੀ, ਉਸ ਮੱਦ ਨੂੰ ਸਰਬਸੰਮਤੀ ਨਾਲ ਮੁੜ ਸ਼ਾਮਿਲ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਦੀਵਾਨ ਦੇ ਮੈਂਬਰ ਸਤਨਾਮ ਸਿੰਘ ਮੁੰਬਈ ਤੇ ਅਵਤਾਰ ਸਿੰਘ ਦੀ ਮੈਂਬਰਸ਼ਿਪ ਰੱਦ ਕਰਨ ਦਾ ਸਪਸ਼ਟੀਕਰਨ ਵੀ ਹਫ਼ਤੇ ਦੇ ਅੰਦਰ ਅੰਦਰ ਭੇਜਣ ਲਈ ਕਿਹਾ ਗਿਆ ਹੈ। 2 ਦਿਨਾਂ ਦੇ ਅੰਦਰ ਫਾਰਮ ਜਮ੍ਹਾਂ ਕਰਵਾਉਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਤੀ 30/6/2020 ਨੂੰ ਰੋਕ ਲਾਉਣ ਦੇ ਬਾਵਜੂਦ ਵੀ ਨਵੇਂ ਸ਼ਾਮਿਲ ਕੀਤੇ ਮੈਂਬਰਾਂ ਬਾਰੇ ਸਪਸ਼ਟੀਕਰਨ ਦੇਣ ਦੀ ਹਦਾਇਤ ਵੀ ਕੀਤੀ ਗਈ ਹੈ। पंजाब दी कैप्टन सरकार दे वल्लों 1 अप्रैल तो पंजाब दीयां सारियां औरतां दा सारियां सरकारी बसां दे विच मुफ्त सफ़र करन दी सहूलत दा आगाज़ हो जावेगा। सहूलत दा लाभ सिर्फ पंजाब दीयां औरतां नूं ही मिलेगा ते सूबे दे अंदर ही मिलेगा, यानी कि पंजाब दीयां हद्दां दे अंदर औरतां 1 अप्रैल तो सारियां सरकारी बसां दे विच मुफ्त सफ़र कर सकणगीਆਂ। इस फैसले संबंधी मुख मंत्री कैप्टन अमरिंदर सिंह ने ऐलान पहलां कीता सी ते हुण इह लागू हो जाएगा। पंजाब कैबिनेट दी जिहड़ी बैठक होई है उस दे विच इस फैसले दे उत्ते पक्की मोहर ला दित्ती गई है, पर नाल ही हुक्म भी जारी कीते गए ने कि बसां दे विच फ्री सफ़र करन दे लई पंजाब दा पक्का वसनीक होना जरूरी है ते पक्के वसनीक होण दा प्रमाण पत्र होना चाहिदा है, जिवें कि वोटर कार्ड, आधार कार्ड जां फिर ड्राइविंग लाइसेंस। जे किसी को पंजाब के वसनीक होने का सबूत नहीं है तो उसकी पूरी टिकट लगेगी। इस तो बिना मुफ्त सफ़र की सहूलत सिर्फ पंजाब ही दी जाएगी, सूबे चों बाहर औरतों की पूरी टिकट लगेगी। सो एक बार फिर दस दिंदे आ कि पंजाब दे विच सरकारी बसां दे विच सारियां औरतां दा सफ़र है जिहड़ा वो मुफ्त रहेगा, पर तुहाडे कोल पंजाब दे वसनीक होण दा जिहड़ा सबूत है वो होना चाहिदा है ते पंजाब दीयां जिहड़ियां बसां ने पंजाब दे अंदर चलणगीਆਂ उन्हां दे विच ही सफ़र होएगा। हालांकि इस दरमियान काफ़ी लड़ाई झगड़े ने जिहड़े काफ़ी टोक टकाई भी देखी जाएगी, क्योंकि कई बीबियां दे कोले हो सकता है उसे वक्त आधार कार्ड ना होवे, वोटर कार्ड ना होवे जां ड्राइविंग लाइसेंस ना होवे, तां फिर बीबियां इस हालात दे विच कंडक्टरां दे नाल बहस करदियां दिखाई भी देणगियां। ते इस दरमियान कई बीबियां नूं जे अनजाण पुणे दे विच जे पंजाब तो तुसीं हरियाणा जाने हो जां होर किते जाने हो तां उत्थे भी थोड़ा बहुत जिहड़ा बहस मुबासा हुंदा देखिया जावेगा। सो इह
बड़ी वड्डी सहूलत भी है बीबियां दे लई, पर नाल ही अजिहियां समस्यावां दा सामना करन लई बस दे मुलाजमां नूं भी ते बीबियां नूं भी तैयार रहना पवेगा, क्योंकि अजिहा हमेशा हुंदा है जदों नवीं स्कीम शुरू हुंदी है। जे तुहाडे कोल दस्तावेज़ नहीं हैगे तां कंडक्टर जरूर पुछेगा, ते जां फिर जे तुसीं पंजाब तो बाहर जाके कहोगे कि साडे तां मुफ्त सफ़र दी सहूलत है, इत्थे भी दिओ, तां ओह भी गलत गल होएगी। ते एक बड़ी अहम गल है कि जे तुसीं हरियाणा दे रहण वाले हो ते पंजाब च आके कहोगे कि सानू भी मुफ्त सफ़र दिओ, तां ओह तुहानू नहीं मिलेगा, सिर्फ पंजाब दीआं औरतां लई पंजाब दे विच। मुख मंत्री कैप्टन अमरिंदर सिंह दे वल्लों इसे महीने किए गए ऐलान के मुताबिक पंजाब दे विच गैर कानूनी माइनिंग नूं ठੱਲ पाउण लई एनफोर्समेंट डायरैक्टोरेट की स्थापना का राह भी पद्धरा हो गया। पंजाब कैबिनेट की बैठक हुई है 31 मार्च नूं, उस दे विच कई अहम ऐलान, कई अहम फैसले लए गए ने। ईडी का मुखी DIG रैंक का अधिकारी होवेगा ते स्थापना जल स्रोत विभाग के माइनिंग और जियोलॉजी विंग दे विच कीती जाएगी। इस दे नाल गैर कानूनी माइनिंग नूं नत्थ पाउण दे नाल ही सूबे की आमदनी विच भी वाधा होएगा। सो पिछले समय दे विच कैप्टन अमरिंदर सिंह ने यह जिहड़ा ऐलान किया सी कि माइनिंग जिहड़ी गैर कानूनी हुंदी है सूबे दे विच उहनूं ठੱਲ पाउण दे लई एनफोर्समेंट डायरैक्टोरेट यानी कि ED की स्थापना पंजाब पद्धर ते कीती जाएगी। ईडी ਵੱਲੋਂ पंजाब ਦੀਆਂ अंतरराजी सरहदां ते सूबे दे विच छोटे खनिजां ਦੀ ਨਜਾਇਜ਼ ਆਵਾਜਾਈ ਤੇ ਰੋਕ ਲਾਉਣ ਵਿੱਚ ਮੋਹਰੀ ਭੂਮਿਕਾ ਅਦਾ ਕੀਤੀ ਜਾਵੇਗੀ ਤੇ ਇਸ ਕੋਸ਼ਿਸ਼ ਵਿੱਚ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਸਹਿਯੋਗ ਕੀਤਾ ਜਾਏਗਾ। ਪੰਜਾਬ ਕੈਬਨਿਟ ਦੇ ਵਿੱਚ ਕੈਦੀਆਂ ਦੇ ਲਈ ਵੀ ਇੱਕ ਜਿਹੜਾ ਅਹਿਮ ਫੈਸਲਾ ਕੀਤਾ ਗਿਆ ਹੈ। ਹੁਣ ਪੰਜਾਬ ਦੇ ਵਿੱਚ ਕੈਦੀਆਂ ਨੂੰ ਸਿਰਫ ਇੱਕ ਵਾਰ ਦੀ ਥਾਂ ਤੇ ਸਮੇਂ-ਸਮੇਂ ਉੱਤੇ ਸਜ਼ਾ ਮਾਫੀ ਦਾ ਲਾਭ ਮਿਲੇਗਾ। पंजाब कैबिनेट ने सज़ा याफ्ता कैदियों लिए सोधी हुई माफ़ी नीति 2010 ਨੂੰ मंजूर कर लिया गया है, जिहदे नाल हुण पंजाब दे विच कैदी सज़ा विच एक बार रियायत की थां समय-समय ते रियायत लैण दे योग हो जाणगे, क्योंकि कैप्टन अमरिंदर सिंह दी कैबिनेट ने सोध माफ़ी नीति 2001 ਨੂੰ हरी झंडी दे दी है। ਇਹਦੇ ਨਾਲ ਪਹਿਲਾਂ ਨੀਤੀ ਅਧੀਨ 10 ਤੋਂ 20 ਸਾਲ ਦੀ ਸਜ਼ਾ ਪ੍ਰਾਪਤ ਕੈਦੀਆਂ ਦੀ ਥਾਂ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕੈਦੀਆਂ ਸਣੇ 10 ਸਾਲ ਤੋਂ ਵੱਧ ਸਜ਼ਾ ਭੁਗਤ ਰਹੇ ਕੈਦੀ ਸਜ਼ਾ ਵਿੱਚ ਛੋਟ ਦੇ ਯੋਗ ਹੋਣਗੇ। केंद्र सरकार ने पंजाब नूं 2 टुक सुनेहा भेज दिता है कि पंजाब सरकार सीधी अदायगी तुरंत लागू करे, यानी कि तानाशाही तरीके दे नाल हुण पंजाब सरकार नूं हुक्म दे दिता है। केंद्र सरकार ने कहा है कि इस वारी हाड़ी दे सीजन दौरान फसलों की किसानां नूं सीधी अदायगी है जिहड़ी ओह कीती जावे। जेकर नवा प्रबंध ना अपनाया गया तो पंजाब नूं कोई छूट ही नहीं मिलेगी, यानी कि हुण कैप्टन सरकार अते किसानां अते केंद्र सरकार तिन्नां दे विचाले एक जिहड़ी घुंडी वो जरूर फस जाएगी, क्योंकि कैप्टन सरकार नूं हुण फसा दिता है केंद्र सरकार ने कि जे ना लागू कीती तां असीं तुहानूं कोई भी जिहड़ी छूट है वो नहीं देवांगे। जे कैप्टन ने ना लागू कीती तां केंद्र नाराज़ हुंदा है, जे कैप्टन लागू करदे ने तां किसान नाराज़ हुंदे ने। ਜਿਹੜੇ 12 ਸੂਬਿਆਂ ਦੇ ਵਿੱਚ ਜਿਣਸਾਂ ਦੀ ਖਰੀਦ MSP ਦੇ ਤਹਿਤ ਹੁੰਦੀ ਹੈ, ਉਹਨਾਂ ਵਿੱਚੋਂ ਪੰਜਾਬ ਹੀ ਇਕੱਲਾ ਅਜਿਹਾ ਸੂਬਾ ਹੈ ਜੋ ਕੇਂਦਰੀ ਖਜ਼ਾਨਾ ਮੰਤਰਾਲੇ ਦੇ ਪਬਲਿਕ ਫਾਈਨਾਂਸ मैनेजमेंट सिस्टम ਵੱਲੋਂ 28 ਮਈ 2018 ਦੇ ਜਾਰੀ ਹੁਕਮਾਂ ਨੂੰ ਨਹੀਂ ਮੰਨ ਰਿਹਾ। ਕਈ ਸੂਬਿਆਂ ਨੇ ਆਪਣੇ ਜ਼ਮੀਨੀ ਰਿਕਾਰਡ ਕੇਂਦਰ ਦੇ ਖਰੀਦ ਪੋਰਟਲ ਨਾਲ ਜੋੜ ਦਿੱਤੇ ਨੇ, ਪਰ ਪੰਜਾਬ ਨੇ ਹਾਲੇ ਇਸ ਸਿਸਟਮ ਨੂੰ ਆਪਣੇ ਆਪ ਜਿਹੜਾ ਹੈਗਾ ਹਾਲੇ ਇਸ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਨਹੀਂ ਜੋੜਿਆ। केंद्रीय खुराक मंत्री पीयूष गोयल ने पंजाब के मुख मंत्री कैप्टन अमरिंदर सिंह नूं चिट्ठी लिख के हुण तक दित्तियां छूटां दा हवाला भी दिता है ते कहा है कि इस बारी पंजाब नूं नवे नियमां दी हर हाल दे विच पालना करनी ही पवेगी। 2 साल तुसीं लंघा दित्ते ने, हुण होर नहीं। इस बारी पंजाब विच कणक की खरीद भी 1 अप्रैल तो पहला शुरू होनी सी, पर हुण 10 अप्रैल तो शुरू की जा रही है कोरोना वायरस के करके। ते सूबे ने दलील दित्ती है, यानी कि सूबा सरकार ने दलील दित्ती है कि सूबे दे विच 40% ਜ਼ਮੀਨਾਂ ਠੇਕੇ ਉੱਤੇ ਦਿੱਤੀਆਂ ਹੋਈਆਂ ਨੇ, ਜਿਸ ਕਾਰਨ ਪੇਮੈਂਟ ਖੇਤੀ ਕਰਨ ਵਾਲੇ ਕਿਸਾਨਾਂ ਦੀ ਜ਼ਮੀਨ ਦੇ ਮਾਲਕਾਂ ਨੂੰ ਚਲੀ ਜਾਵੇਗੀ, ਜਿਸ ਕਾਰਨ ਜ਼ਿਆਦਾ ਪਰੇਸ਼ਾਨੀ ਹੋਏਗੀ। बिल्कुल ये सीधी जी गल है कि जदों सीधी अदायगी होएगी तो अदायगी सिर्फ जमीन के मालक नूं ही होएगी, पर बहुत सारे किसान इहो जिहे ने जिन्हां कोले जमीनां नहीं हैगियां अपणियां, वो ठेके ते लैके खेती करदे ने। सो मालक दे कोल जमीन दी फसल की अदायगी है जिहड़ी वो पहुंचेगी, ते मालक ने जिहड़ा ठेके वाले किसान नूं देनी कदों है, देनी है जां नहीं देनी, ये बहुत ही गुंझलदार गल है ते इहदे नाल जाहिर तौर ते स्पष्टता नहीं आएगी। इस चिट्ठी विच गोयल ने पंजाब नूं हरियाणा की तर्ज से सॉफ्टवेयर अपनाउण की हिदायत की है। हरियाणा ने अपने पोर्टल दे विच जमीनां दे मालकां ते काश्तकारां दे वेरवे वखरे दर्ज कीते ने। अजिहियां खबरां ने कि खुराक मंत्राला पंजाब नूं होर छोटां देण दे हक विच बिल्कुल नहीं है। इस दा कारण की है, ये तुसीं भली भांत सारे जाणदे हो।
यूपी ਦੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਤੇ यूपी ਸਣੇ ਹੋਰ ਥਾਵਾਂ ਤੇ ਵੱਡੇ ਅਪਰਾਧਿਕ ਮਾਮਲੇ ਦਰਜ ਨੇ। ਪਿਛਲੇ ਦਿਨੀ ਸੁਪਰੀਮ ਕੋਰਟ ਨੇ ਅੰਸਾਰੀ ਨੂੰ ਪੰਜਾਬ ਤੋਂ यूपी ਦੀ ਜੇਲ੍ਹ ਦੇ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਸੀ। ਅੰਸਾਰੀ ਨੂੰ यूपी ਨੰਬਰ ਦੀ ਐਂਬੂਲੈਂਸ ਦੇ ਵਿੱਚ ਮੋਹਾਲੀ ਅਦਾਲਤ ਵਿੱਚ ਲਿਜਾਇਆ ਗਿਆ। ਅੱਧੇ ਘੰਟੇ ਤੋਂ ਵੱਧ ਸਮਾਂ ਉਸ ਨੂੰ ਅਦਾਲਤ ਦੇ ਵਿੱਚ ਰੱਖਿਆ ਗਿਆ ਤੇ ਮੁਖਤਾਰ ਅੰਸਾਰੀ ਵੀਲਚੇਅਰ ਤੇ ਬੈਠ ਕੇ ਅਦਾਲਤ ਦੇ ਵਿੱਚ ਪਹੁੰਚਿਆ ਸੀ। ਤੇ ਉਧਰ ਪੀਟੀਆਈ ਦੀ ਖਬਰ ਦੇ ਮੁਤਾਬਿਕ ਮੁਖਤਾਰ ਅੰਸਾਰੀ ਦੀ ਪਤਨੀ ਅਸ਼ਫਾ ਅੰਸਾਰੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚਿੱਠੀ ਭੇਜ ਕੇ ਆਪਣੇ ਪਤੀ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਕਿਹਾ ਕਿ ਉਸਦੇ ਪਤੀ ਪੰਜਾਬ ਦੀ ਜੇਲ੍ਹ ਦੇ ਵਿੱਚ ਹਨ ਤੇ ਸੁਪਰੀਮ ਕੋਰਟ ਦੇ ਹੁਕਮਾਂ ਤੇ ਉਹਨਾਂ ਨੂੰ यूपी ਲਿਆਉਣ ਦੌਰਾਨ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਅਸ਼ਫਾ ਨੇ ਕਿਹਾ ਕਿ ਮੁਖਤਾਰ ਅੰਸਾਰੀ ਇੱਕ ਮਾਮਲੇ ਦੇ ਵਿੱਚ ਮੌਕੇ ਦੇ ਗਵਾਹ ਹਨ ਜਿਸ ਵਿੱਚ ਬੀਜੇਪੀ ਦੇ ਵਿਧਾਨ ਪਰਿਸ਼ਦ ਮੈਂਬਰ ਦੇ ਮਾਫੀਆ ਬਰਜੇਸ਼ ਸਿੰਘ ਤੇ ਤ੍ਰਿਪੋਵਨ ਸਿੰਘ ਮੁਲਜ਼ਮ ਹਨ। ਅਸ਼ਫਾ ਮੁਤਾਬਿਕ ਇਹ ਦੋਵੇਂ ਸਰਕਾਰੀ ਤੰਤਰ ਨਾਲ ਕਥਿਤ ਮਿਲੀਭੁਗਤ ਕਰਕੇ ਉਸਦੇ ਪਤੀ ਨੂੰ ਮਾਰਨ ਦੀ ਧਮਕੀ ਦੇ ਰਹੇ ਨੇ। ਉਹਨੇ ਖਦਸ਼ਾ ਜਤਾਇਆ ਕਿ ਮੁਖਤਾਰ ਅੰਸਾਰੀ ਨੂੰ ਪੰਜਾਬ ਤੋਂ यूपी ਲਿਆਉਣ ਮੌਕੇ ਮੁਕਾਬਲੇ ਦੇ ਵਿੱਚ ਮਾਰਿਆ ਜਾ ਸਕਦਾ ਹੈ। ਹਾਲਾਂਕਿ ਇਹ ਹਜੇ ਕੁਝ ਵੀ ਤੈਅ ਨਹੀਂ ਕੀਤਾ ਗਿਆ ਕਿ ਮੁਖਤਾਰ ਅੰਸਾਰੀ ਨੂੰ ਕਦੋਂ ਪੰਜਾਬ ਤੋਂ यूपी ਸ਼ਿਫਟ ਕੀਤਾ ਜਾ ਰਿਹਾ। ਹੋ ਸਕਦਾ ਤੈਅ ਹੋਵੇ ਪਰ ਇਸ ਨੂੰ ਜਨਤਕ ਨਹੀਂ ਕੀਤਾ ਗਿਆ। ਆਮ ਆਦਮੀ ਪਾਰਟੀ ਨੇ ਵੱਡਾ ਐਲਾਨ ਕੀਤਾ ਹੈ। ਕਿਸਾਨ ਅੰਦੋਲਨ ਦੇ ਨਾਲ-ਨਾਲ ਹੁਣ ਬਿਜਲੀ ਅੰਦੋਲਨ ਵੀ ਸੂਬੇ ਦੇ ਵਿੱਚ ਛੇੜਿਆ ਜਾਏਗਾ। ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ 7 ਅਪ੍ਰੈਲ ਤੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਨ ਅੰਦੋਲਨ ਸ਼ੁਰੂ ਕਰੇਗੀ। ਰਸਮੀ ਤੌਰ ਤੇ ਬਿਜਲੀ ਦੇ ਬਿੱਲ ਫੂਕ ਕੇ ਵਿਰੋਧ ਪ੍ਰਦਰਸ਼ਨ ਵੀ ਮਾਨ ਨੇ ਕੀਤਾ ਤੇ ਕਿਹਾ ਮੰਗ ਕੀਤੀ ਹੈ ਕਿ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਜਾਣ। ਪਾਰਟੀ ਦੇ ਲੀਡਰ ਰਾਘਵ ਚੱਡਾ ਨੇ ਦਿੱਲੀ ਦੇ ਬਿਜਲੀ ਦੇ ਬਿੱਲ ਤੇ ਪੰਜਾਬ ਦੇ ਬਿਜਲੀ ਬਿੱਲ ਦੀ ਵੀ ਤੁਲਨਾ ਕੀਤੀ ਤੇ ਦੱਸਿਆ ਕਿ ਕਿਵੇਂ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਮਹਿੰਗੀ ਬਿਜਲੀ ਨੂੰ ਵੱਡਾ ਮੁੱਦਾ ਬਣਾਉਣ ਦੇ ਲਈ ਪਾਰਟੀ ਨੇ ਕਮਰ ਕਸ ਲਈ ਹੈ। ਯਾਨੀ ਕਿ ਆਮ ਆਦਮੀ ਪਾਰਟੀ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮਹਿੰਗੀ ਬਿਜਲੀ ਦੇ ਮੁੱਦੇ ਨੂੰ ਵੀ ਚੋਣ ਮੁੱਦਾ ਬਣਾਏਗੀ। ਰੇਲਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਲਈ ਇੱਕ ਜ਼ਰੂਰੀ ਖਬਰ ਹੈ ਕਿ ਰੇਲਾਂ ਦੇ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਹੁਣ ਰੇਲ ਗੱਡੀ ਦੇ ਵਿੱਚ ਮੋਬਾਈਲ ਫੋਨ ਚਾਰਜ ਨਹੀਂ ਕਰ ਸਕਦੇ। ਭਾਰਤੀ ਰੇਲਵੇ ਨੇ ਰੇਲ ਗੱਡੀਆਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਸਾਵਧਾਨੀ ਦੇ ਵਜੋਂ ਇਹ ਫੈਸਲਾ ਲਿਆ ਹੈ। ਰੇਲਵੇ ਨੇ ਹੁਣ ਐਲਾਨ ਕੀਤਾ ਕਿ ਯਾਤਰੀਆਂ ਨੂੰ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਰੇਲ ਗੱਡੀਆਂ ਅੰਦਰ ਮੋਬਾਈਲ ਚਾਰਜਿੰਗ ਪੋਰਟ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ ਤੇ ਨਾ ਹੀ ਇਹ ਵਰਕਿੰਗ ਹੋਣਗੇ। ਪੱਛਮੀ ਰੇਲਵੇ ਨੇ 16 ਮਾਰਚ ਨੂੰ ਇਸ ਅਰਸੇ ਦੌਰਾਨ ਇਹਨਾਂ ਚਾਰਜਿੰਗ ਪੋਰਟਾਂ ਦੀ ਬਿਜਲੀ ਸਪਲਾਈ ਰੋਕਣੀ ਸ਼ੁਰੂ ਕਰ ਦਿੱਤੀ ਸੀ। ਪੱਛਮੀ ਰੇਲਵੇ ਨੇ 16 ਮਾਰਚ ਨੂੰ ਹੀ ਰਾਤ ਨੂੰ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਚਾਰਜਿੰਗ ਪੋਰਟਾਂ ਦੀ ਬਿਜਲੀ ਸਪਲਾਈ ਰੋਕਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਦੱਸਿਆ ਕਿ ਰੇਲਵੇ ਬੋਰਡ ਦਾ ਇਹ ਹੁਕਮ ਸਾਨੂੰ ਜਾਰੀ ਕੀਤਾ ਹੋਇਆ ਤੇ ਅਸੀਂ 16 ਮਾਰਚ ਨੂੰ ਹੀ ਇਸ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀ। ਯਾਨੀ ਕਿ ਇਹ ਹੁਕਮ ਹੈ ਜਿਹੜਾ ਉਹ ਕੋਈ ਅੱਜ ਲਾਗੂ ਨਹੀਂ ਕੀਤਾ ਗਿਆ, ਅੱਜ ਜਾਰੀ ਨਹੀਂ ਕੀਤਾ ਗਿਆ। ਇਹ ਜਿਹੜਾ ਰੇਲਵੇ ਬੋਰਡ ਦਾ ਪਹਿਲਾ ਹੁਕਮ ਹੈ ਜਿਸ ਨੂੰ ਹੁਣ ਦੁਹਰਾਇਆ ਗਿਆ। ਦੱਖਣੀ ਰੇਲਵੇ ਦੇ CPRO ਬੀ ਗੁਗਾਨੇਸਨ ਨੇ ਦੱਸਿਆ ਕਿ ਇਹ ਹੁਕਮ ਕੋਈ ਨਵੇਂ ਹੁਕਮ ਨਹੀਂ ਹੈਗੇ ਪਰ ਇਸ ਦੇ ਜ਼ਰੀਏ ਰੇਲਵੇ ਬੋਰਡ ਨੇ ਪਹਿਲੇ ਹੁਕਮਾਂ ਨੂੰ ਦੁਹਰਾਇਆ ਗਿਆ। 2014 ਦੇ ਵਿੱਚ ਬੰਗਲੌਰ ਤੋਂ ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈਸ ਨੂੰ ਲੱਗੀ ਅੱਗ ਦੀ ਘਟਨਾ ਤੋਂ ਤੁਰੰਤ ਬਾਅਦ ਰੇਲਵੇ ਸੁਰੱਖਿਆ ਕਮਿਸ਼ਨਰ ਨੇ ਸਿਫਾਰਿਸ਼ ਕੀਤੀ ਸੀ ਕਿ ਚਾਰਜਿੰਗ ਪੋਰਟ ਨੂੰ ਰਾਤ ਨੂੰ 11 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਬੰਦ ਕਰ ਦਿੱਤਾ ਜਾਵੇ। ਰੇਲਵੇ ਬੋਰਡ ਨੇ ਆਖਿਰਕਾਰ ਸਾਰੇ ਰੇਲ ਜ਼ੋਨਾਂ ਨੂੰ ਅਜਿਹੇ ਹੁਕਮ ਜਾਰੀ ਕੀਤੇ ਸੀ ਤੇ ਹੁਣ ਫਿਰ ਅੱਗ ਲੱਗਣ ਦੀਆਂ ਤਾਜ਼ਾ ਘਟਨਾਵਾਂ ਦੇ ਮੱਦੇਨਜ਼ਰ ਮੁੜ ਤੋਂ ਇਸ ਹੁਕਮ ਨੂੰ ਦੁਹਰਾਇਆ ਗਿਆ। ਯਾਨੀ ਕਿ 2014 ਤੋਂ ਇਹ ਹੁਕਮ ਲਾਗੂ ਕੀਤਾ ਗਿਆ ਹੈ, ਹੁਕਮ ਦਿੱਤਾ ਗਿਆ ਹੈ ਪਰ ਇਸ ਨੂੰ ਲਾਗੂ ਉਸ ਢੰਗ ਦੇ ਨਾਲ ਨਹੀਂ ਕੀਤਾ ਗਿਆ। ਉਸੇ ਤਰ੍ਹਾਂ ਰੇਲ ਗੱਡੀਆਂ ਦੇ ਵਿੱਚ ਚਾਰਜਿੰਗ ਪੋਰਟ ਜਿਹੜੇ ਐਕਟਿਵ ਰਹਿੰਦੇ ਨੇ ਤੇ ਲੋਕ ਰਾਤ ਨੂੰ ਵੀ ਮੋਬਾਈਲ ਫੋਨ ਚਾਰਜ ਕਰਦੇ ਰਹਿੰਦੇ ਨੇ। ਰੇਲਵੇ ਦਾ ਕਹਿਣਾ ਹੈ ਕਿ ਸਾਵਧਾਨੀ ਵਜੋਂ ਇੱਕ ਉਪਾਅ ਹੈ ਤੇ ਇਸ ਤੋਂ ਪਹਿਲਾਂ ਵੀ ਰੇਲਵੇ ਬੋਰਡ ਅਜਿਹੇ ਹੁਕਮ ਜਾਰੀ ਕਰ ਚੁੱਕਿਆ ਹੈ ਤੇ ਹੁਣ ਸਖਤੀ ਦੇ ਨਾਲ ਜਿਹੜੇ ਇਹਨਾਂ ਬਿੰਦੂਆਂ ਦੇ ਲਈ ਯਾਨੀ ਕਿ ਚਾਰਜਿੰਗ ਪੋਰਟਾਂ ਦੇ ਲਈ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਬਿਜਲੀ ਹੈ ਜਿਹੜੀ ਉਹ ਬੰਦ ਕਰ ਦਿੱਤੀ ਜਾਇਆ ਕਰੇਗੀ। ਕਿੰਨਾ ਸ਼ਰਮਨਾਕ ਹੈ ਨਾ ਕਿ ਪਟਿਆਲਾ ਚੌਂਕ ਤੇ ਖੜ ਕੇ ਕਿਸਾਨਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਫੋਰਚੂਨਰ ਕਾਰ ਚੜਾ ਕੇ ਉਹਨਾਂ ਨੂੰ ਦਰੜਨ ਵਾਲੇ ਕਾਤਲ ਡਰਾਈਵਰ ਨੂੰ ਰਾਜਾ ਰਾਣੀ ਬਚਾ ਰਹੇ ਹੋਣ। ਸੂਤਰਾਂ ਤੋਂ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਦੋਸ਼ੀ ਡਰਾਈਵਰ ਪ੍ਰਿਤਪਾਲ ਸਿੰਘ ਦੇ ਸੰਬੰਧ ਵੱਡੇ ਲੋਕਾਂ ਦੇ ਨਾਲ ਹਨ ਤੇ ਉਸ ਨੂੰ ਬਚਾਉਣ ਲਈ ਮਹਿਲਾਂ ਤੋਂ ਹਸਪਤਾਲ ਦੇ ਵਿੱਚ ਫੋਨ ਆ ਰਹੇ ਨੇ। ਉਸਦੇ ਬਲੱਡ ਸੈਂਪਲ ਵੀ ਬਦਲ ਦਿੱਤੇ ਗਏ ਨੇ ਕਿ ਉਹ ਸ਼ਰਾਬੀ ਨਹੀਂ ਸੀ। ਇੱਥੋਂ ਤੱਕ ਕਿ ਉਸ ਨੂੰ ਮਰੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਡਰਾਈਵਰ ਨੂੰ ਕਿਸੇ ਕਿਸਮ ਦਾ ਦੌਰਾ ਪਿਆ ਸੀ ਤੇ ਜੇ ਡਾਕਟਰ ਆਪਣੀ ਰਿਪੋਰਟ ਦੇ ਵਿੱਚ ਸਿੱਧ ਕਰ ਦੇਣ ਕਿ ਉਸ ਨੂੰ ਦੌਰਾ ਪਿਆ ਸੀ ਤਾਂ ਉਹ ਦੋਸ਼ੀ ਮੰਨਿਆ ਹੀ ਨਹੀਂ ਜਾ ਸਕਦਾ, ਉਸ ਨੂੰ ਮਰੀਜ਼ ਮੰਨਿਆ ਜਾਏਗਾ।
ਤੇ ਕਿੰਨੀ ਅਜੀਬ ਗੱਲ ਹੈ ਨਾ ਕਿ ਮਰੀਜ਼ ਵਿਅਕਤੀ ਨੂੰ ਗੱਡੀ ਚਲਾਉਣ ਦੀ ਆਗਿਆ ਹੈ ਇਸ ਸਿਸਟਮ ਦੇ ਵਿੱਚ ਅਤੇ ਬਿਮਾਰੀ ਦੀ ਹਾਲਤ ਵਿੱਚ ਕਾਰ ਚਲਾ ਕੇ ਲੋਕਾਂ ਨੂੰ ਦਰੜਨ ਦਾ ਵੀ ਉਸਨੂੰ ਪੂਰਾ ਅਧਿਕਾਰ ਹੈ। ਪਰ ਉਹਨਾਂ ਲੋਕਾਂ ਦਾ ਕੀ ਜਿਨ੍ਹਾਂ ਦੇ ਘਰਾਂ ਦੇ ਚਿਰਾਗ ਬੁਝ ਗਏ ਨੇ। ਕਿਉਂਕਿ ਹੁਣੇ ਦੁਖਦਾਈ ਖਬਰ ਇਹ ਵੀ ਮਿਲ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕੁਚਲੇ ਗਏ ਇੱਕ 2 ਸਾਲ ਦੇ ਬੱਚੇ ਦੀ ਵੀ ਹੁਣ ਮੌਤ ਹੋ ਗਈ ਹੈ। ਉਸ ਦਿਨ 65 ਸਾਲ ਦੇ ਇੱਕ ਵਿਅਕਤੀ ਇੰਦਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਜਾਣਕਾਰੀ ਮਿਲੀ ਹੈ ਕਿ ਅੰਸ਼ ਨਾਂ ਦਾ 2 ਸਾਲ ਦਾ ਜਿਹੜਾ ਬੱਚਾ ਹੈ ਉਹ ਵੀ ਫੋਰਚੂਨਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਉਸ ਦੀ ਵੀ ਮੌਤ ਹੋ ਗਈ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੰਸ਼ ਨੂੰ ਸਵੇਰੇ ਤੜਕੇ ਕਰੀਬ 2 ਵਜੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦੀ ਜਿਹੜੀ ਮ੍ਰਿਤਕ ਦੇਹ ਹੈ ਪਟਿਆਲਾ ਪਹੁੰਚਾ ਦਿੱਤੀ ਗਈ ਹੈ। ਜਿਸ ਦਿਨ ਇਹ ਹਾਦਸਾ ਵਾਪਰਿਆ ਹੈ ਉਸ ਦਿਨ ਅੰਸ਼ ਆਪਣੇ ਚਾਚੇ ਅਤੇ ਭੈਣ ਤੇ ਗਰਭਵਤੀ ਮਾਂ ਦੇ ਨਾਲ ਸਾਈਕਲ ਤੇ ਜਾ ਰਿਹਾ ਸੀ। ਇਹ ਆਰਥਿਕ ਹਾਲਾਤ ਦੇ ਨਾਲ ਝੰਬੇ ਹੋਏ ਪਰਿਵਾਰ ਦਾ ਬੱਚਾ ਸੀ। ਗਰਭਵਤੀ ਮਾਂ ਹੈ ਜਿਹੜੀ ਅੰਸ਼ ਦੀ ਉਹ ਵੀ ਬਹੁਤ ਜ਼ਖਮੀ ਹੈ। ਤੇ ਜਦੋਂ ਪ੍ਰਿਤਪਾਲ ਸਿੰਘ ਤੇਜ਼ ਫੋਰਚੂਨਰ ਕਾਰ ਚਲਾਉਂਦਾ ਆ ਰਿਹਾ ਸੀ, ਪਹਿਲਾਂ ਉਸਨੇ 2 ਕਾਰਾਂ ਨੂੰ ਟੱਕਰ ਮਾਰੀ ਤੇ ਫਿਰ ਉਸ ਟੱਕਰ ਦੇ ਵਿੱਚ ਇਹਨਾਂ ਦਾ ਸਾਈਕਲ ਵੀ ਆ ਗਿਆ ਤੇ ਸਾਈਕਲ ਦੇ ਉੱਤੇ 4 ਜਣੇ ਜਿਹੜੇ ਪਰਿਵਾਰ ਦੇ ਮੈਂਬਰ ਮੌਜੂਦ ਸੀ ਉਹ ਵੀ ਜ਼ਖਮੀ ਹੋ ਗਏ। ਥਾਪਰ ਕਾਲਜ ਦੀਆਂ ਟ੍ਰੈਫਿਕ ਲਾਈਟਾਂ ਤੇ ਇਹ ਸਾਰਾ ਜਿਹੜਾ ਹਾਦਸਾ ਵਾਪਰਿਆ। ਅੰਸ਼ ਦੇ ਸਿਰ ਦੇ ਵਿੱਚ ਸੱਟਾਂ ਲੱਗੀਆਂ ਸੀ। ਉਸਦੇ ਚਾਚੇ, ਮਾਂ ਤੇ ਭੈਣ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਨੇ। ਅੰਸ਼ ਦੀ ਮੌਤ ਦੇ ਨਾਲ ਹੁਣ ਇਸ ਦੁਰਘਟਨਾ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 2 ਹੋ ਗਈ ਹੈ। ਇੱਕ ਨੌਜਵਾਨ ਹੈ ਪਰਮਵੀਰ ਸਿੰਘ, ਡੀਏਵੀ ਪਬਲਿਕ ਸਕੂਲ ਦਾ ਵਿਦਿਆਰਥੀ ਹੈ। ਉਸ ਦੀ ਹਾਲਤ ਵੀ ਨਾਜ਼ੁਕ ਹੈ। ਥਾਪਰ ਕਾਲਜ ਦਾ ਇੱਕ ਕਰਮਚਾਰੀ, ਉਸ ਦੀ ਹਾਲਤ ਵੀ ਨਾਜ਼ੁਕ ਹੈ। ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਜਿਹੜਾ ਡਰਾਈਵਰ ਪ੍ਰਿਤਪਾਲ ਸੀ ਉਸ ਨੂੰ ਪਹਿਲਾਂ ਤਾਂ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਕਿਉਂਕਿ ਜ਼ਖਮੀ ਤਾਂ ਉਹ ਵੀ ਹੋ ਗਿਆ ਸੀ। ਉਸ ਤੋਂ ਬਾਅਦ ਹੁਣ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ। ਉੱਥੇ ਉਸ ਨੂੰ ਰੈਫਰ ਕਰ ਦਿੱਤਾ ਗਿਆ। ਅਰਬਨ ਅਸਟੇਟ ਪਟਿਆਲਾ ਦੇ ਵਿੱਚ ਨਿੱਜੀ ਹਸਪਤਾਲ ਹੈ ਵਰਧਮਾਨ ਹਸਪਤਾਲ, ਉਸ ਦੇ ਵਿੱਚ ਉਸ ਨੂੰ ਦਾਖਲ ਕਰਵਾ ਦਿੱਤਾ ਗਿਆ ਤੇ ਹੁਣ ਇੱਥੇ ਲੋਕਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਰੋਸ ਪ੍ਰਦਰਸ਼ਨ ਕੀਤਾ ਹੈ ਕਿ ਪ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਸਕਿਆ, ਕਿਉਂ ਉਸ ਨੂੰ ਪਹਿਲਾਂ ਰਜਿੰਦਰਾ ਹਸਪਤਾਲ ਫਿਰ ਉਸ ਨੂੰ ਉੱਥੋਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤਾਂ ਕਿ ਉਸ ਦੀਆਂ ਰਿਪੋਰਟਾਂ ਬਦਲੀਆਂ ਜਾ ਸਕਣ। ਤੇ ਰੋਸ ਮੁਜ਼ਾਹਰਾ ਕਰਨ ਵਾਲੇ ਜਿਹੜੇ ਲੋਕ ਹੈਗੇ ਨੇ, ਜਿਹੜੇ ਜ਼ਖਮੀਆਂ ਦੇ ਪਰਿਵਾਰਕ ਮੈਂਬਰ ਨੇ, ਉਹਨਾਂ ਦੇ ਦੋਸਤ ਮਿੱਤਰ ਨੇ, ਕਿਸਾਨਾਂ ਦੇ ਹਮਾਇਤੀ ਨੇ, ਉਹ ਸਾਰੇ ਲੋਕ ਇਕੱਠੇ ਹੋ ਕੇ ਇੱਥੇ ਪ੍ਰਦਰਸ਼ਨ ਕਰ ਰਹੇ ਸੀ। ਉਹਨਾਂ ਨੇ ਐਸਡੀਐਮ ਪਟਿਆਲਾ, ਡੀਐਸਪੀ ਸਿਟੀ ਪਟਿਆਲਾ ਨੂੰ ਮੰਗ ਪੱਤਰ ਸੌਂਪ ਕੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਜਿਹੜਾ ਮੁਲਜ਼ਮ ਪ੍ਰਿਤਪਾਲ ਸਿੰਘ ਹੈ ਉਸ ਨੂੰ ਨਿੱਜੀ ਹਸਪਤਾਲ ਤੋਂ ਸਰਕਾਰੀ ਹਸਪਤਾਲ ਰਜਿੰਦਰਾ ਦੇ ਵਿੱਚ ਬਦਲਣ ਦੀ ਮੰਗ ਵੀ ਕੀਤੀ ਹੈ। ਤੇ ਜਿਹੜਾ ਮੁਲਜ਼ਮ ਹੈਗਾ ਉਸਦੇ ਖੂਨ ਦੇ ਨਮੂਨੇ ਨੇ, ਜਿਹੜੇ ਬਲੱਡ ਸੈਂਪਲ ਨੇ, ਉਹ ਤੱਕ ਬਦਲੇ ਜਾ ਰਹੇ ਨੇ, ਕਿਉਂਕਿ ਬਲੱਡ ਸੈਂਪਲ ਹੀ ਹੁੰਦੇ ਨੇ ਜਿਸ ਦੇ ਵਿੱਚੋਂ ਤੁਸੀਂ ਉਹਦੀ ਰਿਪੋਰਟ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਸਨੇ ਸ਼ਰਾਬ ਪੀਤੀ ਹੋਈ ਸੀ, ਸ਼ਰਾਬੀ ਹਾਲਤ ਵਿੱਚ ਸੀ, ਨਸ਼ੇ ਦੀ ਹਾਲਤ ਦੇ ਵਿੱਚ ਸੀ ਜਾਂ ਫਿਰ ਨਹੀਂ। ਪਰ ਜੇ ਤੁਸੀਂ ਬਲੱਡ ਸੈਂਪਲ ਹੀ ਬਦਲ ਦਿੱਤੇ, ਰਿਪੋਰਟ ਹੀ ਬਦਲ ਦਿੱਤੀ, ਤੁਸੀਂ ਕਿਵੇਂ ਉਸ ਨੂੰ ਸਿੱਧ ਕਰੋਗੇ ਕਿ ਇਹ ਬੰਦਾ ਸ਼ਰਾਬੀ ਸੀ, ਸ਼ਰਾਬ ਪੀ ਕੇ ਇਸਨੇ ਇੰਨੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਕੁਚਲ ਦਿੱਤਾ, ਜਿਹੜੇ ਬੇਕਸੂਰ ਲੋਕ ਹੈਗੇ ਨੇ, ਜਿਹੜੇ ਕਿਸਾਨਾਂ ਦੇ ਹੱਕ 'ਚ ਪ੍ਰੋਟੈਸਟ ਕਰ ਰਹੇ ਸੀ, ਇੱਕ ਤੇਜ਼ ਰਫ਼ਤਾਰ ਕਰਕੇ ਉਹਨਾਂ ਸਾਰਿਆਂ ਨੂੰ ਕੁਚਲ ਦਿੱਤਾ ਗਿਆ। ਤੇ ਕਿੰਨਾ ਨਖਿੱਧ ਸਿਸਟਮ ਹੈ, ਨਖਿੱਧ ਸਰਕਾਰਾਂ ਨੇ ਕਿ ਉਸ ਕਾਤਲ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਕਿਉਂਕਿ ਜੇ ਇਹ ਸੱਚ ਹੈ, ਜਿਹੜੀ ਸੂਤਰਾਂ ਮੁਤਾਬਿਕ ਸਾਨੂੰ ਜਾਣਕਾਰੀ ਮਿਲ ਰਹੀ ਹੈ, ਲੋਕ ਉੱਥੇ ਪ੍ਰੋਟੈਸਟ ਕਰ ਰਹੇ ਨੇ, ਅੱਖਾਂ ਦੇ ਨਾਲ ਦੇਖਿਆ ਜਾ ਸਕਦਾ ਹੈ, ਕੰਨਾਂ ਦੇ ਨਾਲ ਸੁਣਿਆ ਜਾ ਸਕਦਾ ਹੈ ਕਿ ਗਲਤ ਹੋ ਰਿਹਾ ਹੈ, ਪਰ ਫਿਰ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਰਮ ਹੈ, ਸ਼ਰਮਨਾਕ ਹੈ ਤੇ ਲਾਨਤ ਹੈ ਇਹੋ ਜਿਹੇ ਸਿਸਟਮ ਤੇ ਇਹ ਜਿਹੜਾ ਥਾਪਰ ਯੂਨੀਵਰਸਿਟੀ ਚੌਂਕ ਦੇ ਵਿੱਚ ਦਰਦਨਾਕ ਹਾਦਸਾ ਵਾਪਰਿਆ ਸੀ, ਇਸ ਦੇ ਵਿੱਚ ਇੰਦਰਜੀਤ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋ ਗਈ ਸੀ। ਤਾਂ ਕਿਸਾਨ ਲੀਡਰਾਂ ਨੇ ਵੀ ਮੰਗ ਕੀਤੀ ਹੈ ਕਿ ਡਰਾਈਵਰ ਪ੍ਰਿਤਪਾਲ ਸਿੰਘ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ, ਉਸ ਖਿਲਾਫ ਕੇਸ ਦਰਜ ਕਰਕੇ ਜੇਲ੍ਹ ਭੇਜਿਆ ਜਾਵੇ ਅਤੇ ਇੰਦਰਜੀਤ ਸਿੰਘ ਨੂੰ ਕਿਸਾਨ ਲਹਿਰ ਦਾ ਸ਼ਹੀਦ ਮੰਨਦੇ ਹੋਏ ਉਸ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਨਿਰਧਾਰਿਤ ਮੁਆਵਜ਼ਾ ਦਿੱਤਾ ਜਾਵੇ ਤੇ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ। ਸਾਰੇ ਜ਼ਖਮੀਆਂ ਦੀ ਪਛਾਣ ਕਰਕੇ ਉਹਨਾਂ ਦੇ ਸਾਰੇ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ।
ਪਰ ਹਾਲੇ ਕਿਸਾਨਾਂ ਦੀ ਇਸ ਮੰਗ ਤੇ ਵੀ ਗੌਰ ਨਹੀਂ ਹੋਈ, ਕਿਉਂਕਿ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਵੀ ਕਿਸਾਨ ਲੀਡਰ ਨੇ ਇਸ ਮਸਲੇ ਦੇ ਵਿੱਚ ਖੁਦ ਫੋਨ ਕਰਕੇ ਪ੍ਰਸ਼ਾਸਨ ਨੂੰ ਕੁਝ ਪੁੱਛਿਆ ਹੋਵੇ। ਇਸ ਦੀ ਜਾਣਕਾਰੀ ਸਾਨੂੰ ਹਾਲੇ ਤੱਕ ਨਹੀਂ ਮਿਲੀ ਹੈ, ਜਦ ਕਿ ਹੋਣਾ ਚਾਹੀਦਾ। ਇਸ ਦੀ ਪੈਰਵਾਈ ਕਿਸਾਨ ਲੀਡਰਾਂ ਦੇ ਵੱਲੋਂ ਜ਼ਰੂਰ ਕਰਨੀ ਚਾਹੀਦੀ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ ਅਤੇ ਅਫਵਾਹਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ। ਧੰਨਵਾਦ।